न के नासक श्री हर गोबिंद शुभ समत पर काशक श्री हर राय नामो कार जोरी नामो कर जोरी श्री हर कृष्ण मनाए बहोरी तेग बहादुर परम कृपाला सतगुर परम कृपाला श्री गुरु गोबिंद सिंह विशाला तारों तारा पर पुन पुन सीसा पुन पुन सीसा बंदों बार बार जगदीसा। दोहरा राम कोयर लिखवावई सतगुर को इतिहास कह लखारी लिखो अब गुर के वाक प्रकाश। वाहेगुरु जी का खालसा वाहेगुरु जी की फतेह। वालिए कुल आलम सरवरे कायनात गुरु ग्रंथ साहिब पातशाह जियां दी पावन पवित्र हजूरी अंदर विराजमान हो रही गुरु की संगत ਆਪਾਂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਦਾ ਇਤਿਹਾਸ ਬਚਨ ਜੀਵਨ ਸਰਵਨ ਕਰਨ ਵਾਸਤੇ ਗੁਰੂ ਦਰਬਾਰ ਦੇ ਵਿੱਚ ਪ੍ਰਾਪਤ ਹੋਏ ਆ। ਜਿਵੇਂ ਆਪਾਂ ਕੱਲ ਬਚਨ ਸਰਵਨ ਕੀਤੇ ਸਨ, ਮਹਾਰਾਜ ਨੇ ਜਿੱਥੇ ਅੰਮ੍ਰਿਤ ਦੀ ਮਹਿਮਾ ਦੱਸੀ ਹੈ, ਬਾਟੇ ਵਿੱਚੋਂ ਕਿਹੜੀ ਸਾਨੂੰ ਦਾਤ ਮਿਲੀ ਹੈ, ਖੰਡੇ ਵਿੱਚੋਂ ਕਿਹੜੀ ਦਾਤ ਮਿਲੀ ਹੈ, ਵਿੱਚ ਪਤਾਸੇ ਪਾਏ ਗਏ ਉਹਨਾਂ ਤੋਂ ਕਿਹੜੀ ਦਾਤ ਮਿਲੀ ਹੈ, ਤੇ ਜਲ ਤੋਂ ਕੀ ਗੁਣ ਮਿਲਿਆ ਹੈ, ਇਹ ਬਚਨ ਸਾਰੇ ਆਪਾਂ ਕੱਲ ਸਰਵਨ ਕੀਤੇ। ਜਿਹੜਾ ਅੱਜ ਦਾ ਇਤਿਹਾਸ ਹੈ ਆਪਾਂ ਸਰਵਨ ਕਰਨ ਜਾ ਰਹੇ ਹਾਂ। ਅੱਜ ਦੇ ਇਸ ਇਤਿਹਾਸ ਵਿੱਚ ਮਹਾਰਾਜ ਜੀ ਆਉਣ ਵਾਲੇ ਸਮੇਂ ਬਾਬਤ, ਜਿਸ ਨੂੰ ਕਿਹਾ ਜਾਂਦਾ ਭਵਿੱਖਤ ਸਮਾਂ, ਆਉਣ ਵਾਲਾ ਸਮਾਂ, ਉਹਦੇ ਵਾਸਤੇ ਮਹਾਰਾਜ ਇੱਥੇ ਬਚਨ ਕਰ ਰਹੇ ਨੇ, ਉਹ ਆਪਾਂ ਸਰਵਨ ਕਰਾਂਗੇ। ਆਓ ਮਨ ਦਾ ਧਿਆਨ ਟਿਕਾਈਏ, ਮਿਲ ਕੇ ਆਖੀਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। दोहरा राम कोयर लिखवावई सतगुर को इतिहास। ਗੁਰਮੁਖੋ, ਜਿਹੜੀ ਆਪਾਂ ਇਹ ਕਥਾ ਸਰਵਨ ਕਰ ਰਹੇ ਆ ਨਾ, ਇਹ ਕਥਾ ਭਾਈ ਰਾਮ ਕੋਇਰ ਜੀ ਸੰਗਤ ਨੂੰ ਸੁਣਾਉਂਦੇ ਸਨ। ਜਿਵੇਂ ਆਪ ਸੰਗਤਾਂ ਬੈਠੇ ਹੋ ਨਾ ਗੁਰੂ ਗ੍ਰੰਥ ਸਾਹਿਬ ਦੇ ਕੋਲ ਆ ਕੇ ਸੁਣਦੇ ਪਏ, ਇਸੇ ਤਰ੍ਹਾਂ ਸੰਗਤਾਂ ਭਾਈ ਰਾਮ ਕੋਇਰ ਦੇ ਕੋਲ ਜਾਂਦੀਆਂ ਸਨ ਕਥਾ ਸੁਣਨ ਵਾਸਤੇ। ਭਾਈ ਰਾਮ ਕੋਇਰ ਜੀ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਸੱਚਖੰਡ ਜਾਣ ਤੋਂ ਬਾਅਦ 53 ਕਹਿ ਲਈਏ ਜਾਂ 53-60 ਸਾਲ ਮਹਾਰਾਜ ਦੇ ਜਾਣ ਤੋਂ ਬਾਅਦ ਦੁਨੀਆ ਵਿੱਚ ਰਹੇ। ਇੰਨੀ ਲੰਬੀ ਉਹਨਾਂ ਦੀ ਉਮਰ ਸੀ। ਸਤਿਗੁਰੂ ਗੋਬਿੰਦ ਸਿੰਘ ਮਹਾਰਾਜ ਨਾਲੋਂ 6 ਸਾਲ ਉਮਰਾਂ ਵਿੱਚ ਛੋਟੇ ਸਨ ਭਾਈ ਰਾਮ ਕੋਇਰ ਜੀ। ਤੇ ਭਾਈ ਰਾਮ ਕੋਇਰ ਜੀ ਬਾਬਾ ਬੁੱਢਾ ਸਾਹਿਬ ਦੇ ਖਾਨਦਾਨ ਵਿੱਚੋਂ, ਉਹਨਾਂ ਦੇ ਕੁੱਲ ਵਿੱਚੋਂ ਹੋਏ। ਜਦੋਂ ਮਹਾਰਾਜ ਨੇ ਅੰਮ੍ਰਿਤ ਛਕਾਇਆ ਪੰਜਾਂ ਪਿਆਰਿਆਂ ਨੂੰ, ਭਾਈ ਰਾਮ ਕੋਇਰ ਵੀ ਅੰਮ੍ਰਿਤ ਛਕ ਕੇ ਫਿਰ ਗੁਰਬਖਸ਼ ਸਿੰਘ ਬਣ ਗਏ ਸਨ। ਰਾਮ ਕੋਇਰ ਤੋਂ ਨਾਮ ਬਦਲ ਕੇ ਨਾਮ ਗੁਰਬਖਸ਼ ਸਿੰਘ ਹੋ ਗਿਆ, ਪਰ ਪਹਿਲਾ ਨਾਮ ਉਹਨਾਂ ਦਾ ਰਾਮ ਕੋਇਰ ਹੈ। ਔਰ ਬਾਬਾ ਬੁੱਢਾ ਸਾਹਿਬ ਦੀ ਕੁੱਲ ਵਿੱਚੋਂ, ਪੀੜ੍ਹੀ ਵਿੱਚੋਂ ਸਨ, ਖਾਨਦਾਨ ਵਿੱਚੋਂ ਸਨ।
ਭਾਈ ਰਾਮ ਕੋਇਰ ਜੀ ਸੰਗਤ ਨੂੰ ਕਥਾ ਸੁਣਾ ਰਹੇ। ਸੰਗਤਾਂ ਨੇ ਆਖਿਆ ਵੀ ਭਾਈ ਰਾਮ ਕੋਇਰ ਜੀ ਤੁਸੀਂ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਨਾਲ ਰਹੇ ਹੋ। ਜਦੋਂ ਮਹਾਰਾਜ ਨੂੰ ਗੁਰਤਾ ਗੱਦੀ ਦਾ ਤਿਲਕ ਮਿਲਿਆ ਨਾ, ਉਦੋਂ ਭਾਈ ਰਾਮ ਕੋਇਰ ਨੇ ਤਿਲਕ ਲਾਇਆ ਮਹਾਰਾਜ ਨੇ, ਵੀ ਉਦੋਂ ਤੋਂ ਲੈ ਕੇ ਤੁਸੀਂ ਨਾਲ ਰਹੇ ਤੇ ਸਾਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਕਥਾ ਸੁਣਾਓ। ਤੇ ਭਾਈ ਰਾਮ ਕੋਇਰ ਜੀ ਕਹਿਣ ਲੱਗੇ ਚਲੋ ਭਾਈ ਸੁਣਾ ਦਿੰਦੇ ਹੋ। ਸੁਣਾਉਂਦੇ ਪਏ। ਫਿਰ ਕੁਝ ਸਿੱਖ ਲਿਖਾਰੀ ਲੱਗ ਗਏ ਲਿਖਣ ਵਾਲੇ, ਵੀ ਚਲੋ ਲਿਖ ਲਈਏ ਬਚਨ, ਕਿਉਂਕਿ ਸੁਣੀ ਗੱਲ ਭੁੱਲ ਜਾਂਦੀ ਹੈ, ਲਿਖੀ ਹੋਈ ਸਾਂਭ ਕੇ ਰੱਖੀ ਜਾ ਸਕਦੀ ਹੈ, ਉਹ ਇੱਕ ਸਰੋਤ ਬਣ ਜਾਂਦਾ ਹੈ। ਕੁਝ ਲਿਖਵਾਰੀ ਫਿਰ ਲਿਖਾਰੀ ਲਿਖਣ ਲੱਗ ਪਏ, ਕਹਿਣ ਲੱਗੇ ਵੀ ਇਸ ਤਰ੍ਹਾਂ ਭਾਈ ਰਾਮ ਕੋਇਰ ਨੇ ਕਥਾ ਲਿਖਵਾਈ, ਜਿਵੇਂ ਜਿਵੇਂ ਉਹਨਾਂ ਨੇ ਅੱਖਾਂ ਦੇ ਨਾਲ ਵੇਖਿਆ ਸਾਰਾ ਕੁਝ, ਨਾਲੇ ਸੰਗਤ ਸੁਣਦੀ ਪਈ ਹੈ, ਨਾਲੇ ਲਿਖਾਰੀ ਲਿਖਦੇ ਪਏ, ਐਸੇ ਬਚਨ ਲਿਖੇ ਹਨ। ਕਹੈ ਲਿਖਾਰੀ ਲਿਖੋ ਅਬ ਗੁਰ ਕੇ ਵਾਕ ਪ੍ਰਕਾਸ਼। ਜਿਵੇਂ ਜਿਵੇਂ ਗੁਰੂ ਪਾਤਸ਼ਾਹ ਨੇ ਬਚਨ ਕੀਤੇ ਆਉਣ ਵਾਲੇ ਸਮੇਂ ਦੇ, ਭਾਈ ਰਾਮ ਕੋਇਰ ਜੀ ਕਹਿੰਦੇ ਵੀ ਉਹ ਤੁਹਾਡੇ ਨਾਲ ਇੱਥੇ ਮੈਂ ਸਾਂਝੇ ਕਰਨ ਲੱਗਾ ਹਾਂ, ਤੁਸੀਂ ਉਹਨਾਂ ਬਚਨਾਂ ਨੂੰ ਲਿਖੋ। ਭਾਈ ਰਾਮ ਕੋਇਰ ਜੀ ਗੁਰਮੁਖੋ ਬ੍ਰਹਮ ਗਿਆਨੀ ਸਨ, ਬ੍ਰਹਮ ਗਿਆਨ ਦੀ ਦਾਤ ਵਾਲੇ। ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਬੜੀ ਖੁਸ਼ੀ ਹੈ ਇਹਨਾਂ ਦੇ ਉੱਪਰ, ਐਸੇ ਮਹਾਨ ਗੁਰਸਿੱਖ ਬ੍ਰਹਮ ਗਿਆਨੀ ਇਹ ਬਚਨ ਉਸ ਵੇਲੇ ਸੁਣਾਉਂਦੇ ਹਨ। ਨਿਸ਼ਾਨੀ ਛੰਦ ਸ਼੍ਰੀ ਗੁਰਮੁਖ ਤੇ ਸੁਨਿਓ, ਜਿਮ ਸੋ ਮੈਂ ਲਿਖਵਾਵੋ। ਜਿਵੇਂ ਜਿਵੇਂ ਮੈਂ ਮਹਾਰਾਜ ਦੇ ਮੁਖੋਂ ਸੁਣਿਆ, ਭਾਈ ਰਾਮ ਕੋਇਰ ਜੀ ਕਹਿੰਦੇ ਵੀ 10ਵੇਂ ਪਾਤਸ਼ਾਹ ਨੇ ਜਿਹੜੇ ਜਿਹੜੇ ਬਚਨ ਕਹੇ ਤੇ ਮੈਂ ਸੁਣੇ, ਮੈਂ ਹੂ ਬਹੂ ਉਹੀ ਬਚਨ ਲਿਖਵਾਵਾਂਗਾ ਕਥਾ ਦੇ ਵਿੱਚ, ਇਤਿਹਾਸ ਦੇ ਵਿੱਚ। ਔਰ ਜਿਹੜੀ ਸੰਗਤ ਬੈਠੀ ਹੈ, ਇਹਨਾਂ ਸੰਗਤਾਂ ਨੂੰ ਵੀ ਮੈਂ ਉਹੀ ਬਚਨ ਸੁਣਾਵਾਂਗਾ ਜਿਹੜੇ ਮੈਂ ਗੁਰੂ ਦੇ ਮੁਖ ਤੋਂ ਸੁਣੇ। ਕੋਈ ਦੂਜਾ ਤੀਜਾ ਜਾਂ ਇੱਧਰ ਉੱਧਰ ਦਾ ਸੁਣਿਆ ਬਚਨ ਨਹੀਂ ਲਿਖਵਾਵਾਂਗਾ, ਮੈਂ ਬਚਨ ਹੀ ਉਹ ਲਿਖਵਾਵਾਂਗਾ ਜਿਹੜਾ ਗੁਰੂ ਪਾਤਸ਼ਾਹ ਦੇ ਮੁਖ ਤੋਂ ਸੁਣਿਆ ਹੈ। ਅਕਥ ਕਹਾਣੀ ਗੁਰੂ ਕੀ ਕੁਛ ਭੇਦ ਨਾ ਪਾਵੋ। ਮਹਾਰਾਜ ਦੀ ਜਿਹੜੀ ਕਹਾਣੀ ਹੈ ਨਾ ਗੁਰਮੁਖੋ, ਇਹ ਅਕਥ ਹੈ, ਕਥੀ ਨਹੀਂ ਜਾ ਸਕਦੀ ਹੈ। ਮਹਾਰਾਜ ਦੀ ਪੂਰੀ ਵਾਰਤਾ ਕੋਈ ਨਹੀਂ ਲਿਖ ਸਕਦਾ। ਇਹ ਭਾਈ ਰਾਮ ਕੋਇਰ ਜੀ ਕਹਿ ਰਹੇ ਨੇ ਵੀ ਜੇ ਸੰਗਤ ਇਹ ਗੱਲ ਕਵੇ ਕਿ ਮਹਾਰਾਜ ਦਾ ਪੂਰਾ ਇਤਿਹਾਸ ਲਿਖ ਕੇ ਸੁਣਾਓ, ਪੜ੍ਹ ਕੇ ਸੁਣਾਓ, ਨਾ ਕੋਈ ਪੂਰਾ ਲਿਖ ਸਕਦਾ, ਨਾ ਕੋਈ ਪੂਰਾ ਪੜ੍ਹ ਸਕਦਾ, ਨਾ ਹੀ ਕੋਈ ਪੂਰਾ ਸੁਣਾ ਸਕਦਾ। ਕਹਿਣ ਲੱਗੇ ਵੀ ਸਤਿਗੁਰੂ ਦੀ ਕਥਾ ਜਿਹੜੀ ਹੈ ਨਾ ਭਾਈ, ਇਹ ਅਕਥ ਹੈ, ਇਹਦਾ ਕੁਝ ਭੇਦ ਨਹੀਂ ਪਾਇਆ ਜਾਂਦਾ, ਕੁਝ ਭੇਦ ਨਹੀਂ ਜਾਣਿਆ ਜਾਂਦਾ ਹੈ। ਇਹ ਸਭ ਕਥਾ ਸੁਣਾਏ ਘਰ ਉਠ ਸਤਿਗੁਰ ਚਾਲੇ। ਜਿਹੜੀ ਕਥਾ ਆਪਾਂ ਕੱਲ ਸਰਵਣ ਕੀਤੀ ਹੈ ਨਾ, ਕਿ ਮਹਾਰਾਜ ਨੂੰ ਸੰਗਤਾਂ ਨੇ ਪੁੱਛਿਆ ਵੀ ਮਹਾਰਾਜ ਅੰਮ੍ਰਿਤ ਬਾਰੇ ਦੱਸੋ ਆਪ ਜੀ, ਤੇ ਸਤਿਗੁਰਾਂ ਨੇ ਅੰਮ੍ਰਿਤ ਬਾਰੇ ਦੱਸਿਆ। ਇਹ ਸਾਰੇ ਬਚਨ ਸੁਣਾ ਕੇ ਤੇ ਮਹਾਰਾਜ ਕਹਿੰਦੇ ਚਲੋ ਭਾਈ ਦਰਬਾਰ ਦੀ ਸਮਾਪਤੀ ਹੋ ਗਈ ਹੈ। ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਉੱਠ ਪਏ ਆਪਣੇ ਤਖਤ ਤੋਂ, ਤੇ ਉੱਠ ਕੇ ਮਹਾਰਾਜ ਚੱਲ ਪਏ ਆਪਣੇ ਘਰ ਨੂੰ ਜਾਣ ਵਾਸਤੇ। ਮੰਦਰ ਉੱਚੇ ਪਰ ਚੜੇ ਮੈਂ ਪਿੱਛੇ ਨਾਲੇ। ਭਾਈ ਰਾਮ ਕੋਇਰ ਜੀ ਕਹਿੰਦੇ ਵੀ ਮਹਾਰਾਜ ਅੱਗੇ ਅੱਗੇ ਤੁਰੇ ਗਏ, ਚੱਲਦੇ ਪਏ, ਤੇ ਮੈਂ ਮਗਰ ਮਗਰ ਤੁਰਿਆ ਗਿਆ। ਤੇ ਚਲਦਿਆਂ ਚਲਦਿਆਂ ਮਹਾਰਾਜ ਨਾ ਉੱਚੇ ਥਾਂ ਦੇ ਉੱਪਰ, ਉੱਚੇ ਮੰਦਰ, ਉੱਚੇ ਘਰ ਦੇ ਉੱਪਰ ਛੱਤ ਦੇ ਮਹਾਰਾਜ ਚੜ ਗਏ। ਜਿਵੇਂ ਆਪਾਂ ਕਹਿ ਸਕਦੇ ਹਾਂ ਵੀ ਕੇਸਗੜ੍ਹ ਦੇ ਨਾਲ ਹੀ ਇੱਕ ਗੁਰਦੁਆਰਾ ਸਾਹਿਬ ਬਣਿਆ ਹੈ, ਜਿਸ ਨੂੰ ਥੜਾ ਸਾਹਿਬ ਆਖਿਆ ਜਾਂਦਾ ਹੈ। ਇਹ ਸਥਾਨ ਪਹਿਲਾਂ ਦਾ ਬਣਿਆ ਹੋਇਆ। ਕਹਿਣ ਲੱਗੇ ਵੀ ਮਹਾਰਾਜ ਚਲਦਿਆਂ ਚਲਦਿਆਂ ਉੱਚੀ ਥਾਂ ਤੇ ਜਾ ਕੇ ਖੜ ਗਏ। ਤੇ ਭਾਈ ਰਾਮ ਕੋਇਰ ਜੀ ਕਹਿੰਦੇ ਵੀ ਮੈਂ ਮਹਾਰਾਜ ਦੇ ਮਗਰ ਮਗਰ ਹੀ ਤੁਰਿਆ ਗਿਆ, ਵੀ ਸਤਿਗੁਰਾਂ ਦੇ ਨਾਲ ਕੋਈ ਇਕੱਲੇ ਬਚਨ ਬਲਾਸ ਕਰਦੇ ਆ, ਮੈਂ ਮਗਰ ਉਹਨਾਂ ਦੇ ਚਲਾ ਗਿਆ ਹਾਂ। ਫਿਰ ਹਵੈ ਕਰ ਥਲ ਰੁਚਰ ਪਰ ਕਰ ਖੁਸ਼ੀ ਵਿਸਾਲਾ। ਸਤਿਗੁਰੂ ਜੀ ਉੱਚੀ ਥਾਂ ਤੇ ਜਾ ਕੇ ਨਾ, ਤੇ ਮਹਾਰਾਜ ਨੇ ਪਿੱਛੇ ਮੁੜ ਕੇ ਵੇਖਿਆ, ਤੇ ਭਾਈ ਰਾਮ ਕੋਇਰ ਜੀ ਕਹਿੰਦੇ ਮੈਂ ਪਿਛਲੇ ਬੰਨੇ ਖਲੋਤਾ ਹੋਇਆ ਹੱਥ ਜੋੜ ਕੇ। ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਮੇਰੇ ਵੱਲ ਵੇਖ ਕੇ ਤੇ ਮਹਾਰਾਜ ਹੱਸ ਪਏ। ਸਤਿਗੁਰੂ ਖੁਸ਼ ਹੋ ਗਿਆ ਮੈਨੂੰ ਵੇਖ ਕੇ। ਹੁਣ ਮਹਾਰਾਜ ਜਾਣਦੇ ਨੇ ਸਾਰਾ ਸਮਾਂ, ਔਰ ਬਚਨਾਂ ਨੂੰ ਵੀ ਮਹਾਰਾਜ ਜਾਣਦੇ। ਭਾਈ ਰਾਮ ਕੋਇਰ ਜੀ ਕਹਿੰਦੇ ਵੀ ਮਹਾਰਾਜ ਮੇਰੇ ਵੱਲ ਵੇਖ ਕੇ ਖੁਸ਼ ਹੋਏ, ਤੇ ਫਿਰ ਉਸ ਵੇਲੇ ਉਹਨਾਂ ਨੇ ਬਚਨ ਆਖੇ ਹਨ। ਕਹਿ ਬੁੱਢਿਆ ਬੁੱਢਾ ਹੋਈ ਬੈ ਰਹਿ ਚਿਰਕਾਲਾ। ਸਤਿਗੁਰਾਂ ਨੇ ਵਰ ਦਿੱਤਾ। ਕਹਿਣ ਲੱਗੇ ਬਾਬਾ ਬੁੱਢਾ ਸਾਹਿਬ ਦੇ ਖਾਨਦਾਨ ਵਿੱਚੋਂ ਭਾਈ ਰਾਮ ਕੋਇਰ ਜੀ ਤੁਸੀਂ ਬੁੱਢੇ ਹੋਵੋਗੇ। ਬੁੱਢੇ ਹੋਣ ਤੋਂ ਭਾਵ ਇਹ ਆ ਵੀ ਤੁਹਾਡੀ ਬੜੀ ਲੰਮੀ ਉਮਰ ਹੋਵੇਗੀ, ਬੜਾ ਲੰਮਾ ਸਮਾਂ ਤੁਸੀਂ ਦੁਨੀਆ ਤੇ ਰਹੋਗੇ। ਇਹ ਮਹਾਰਾਜ ਨੇ ਪਹਿਲਾ ਵਾਰ ਆਪਣੇ ਮੂੰਹੋਂ ਬਖਸ਼ਿਆ। ਆਪ ਸੰਗਤਾਂ ਦੀ ਜਾਣਕਾਰੀ ਵਾਸਤੇ ਬਚਨ ਆਪ ਸੰਗਤਾਂ ਨੂੰ ਯਾਦ ਕਰਵਾ ਦਈਏ।
ਭਾਈ ਰਾਮ ਕੋਇਰ ਜੀ 6 ਸਾਲ ਛੋਟੇ ਨੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਤੋਂ। ਮਹਾਰਾਜ ਦੇ ਸੱਚਖੰਡ ਜਾਣ ਤੋਂ ਬਾਅਦ 53 ਸਾਲ ਦੁਨੀਆ ਵਿੱਚ ਰਹਿ, ਕਈਆਂ ਨੇ 60 ਸਾਲ ਵੀ ਲਿਖਿਆ। ਜੇ ਮਹਾਰਾਜ 40-42 ਸਾਲ ਦੀ ਉਮਰ ਵਿੱਚ ਸੱਚਖੰਡ ਨੂੰ ਗਏ ਨੇ ਤੇ ਉਦੋਂ ਮਗਰੋਂ 60 ਸਾਲ ਫਿਰ ਦੁਨੀਆ ਵਿੱਚ ਰਹਿ, ਆਪਾਂ ਕਹਿ ਸਕਦੇ ਹਾਂ ਵੀ 100 ਸਾਲ ਦੇ ਲਗਭਗ ਉਹਨਾਂ ਦੀ ਉਮਰ ਸੀ ਭਾਈ ਰਾਮ ਕੋਇਰ ਜੀ ਆ। ਉਮਰਾਂ ਵਿੱਚ 6 ਸਾਲ ਛੋਟੇ ਔਰ 60 ਸਾਲ ਬਾਅਦ ਵਿੱਚ ਰਹਿ। ਇਹ ਮਹਾਰਾਜ ਦਾ ਵਰ ਸੀ ਵੀ ਤੂੰ ਲੰਮੀ ਉਮਰਾਂ ਨੂੰ ਭੋਗੇਗਾ, ਮਾਣੇਗਾ। ਇੱਕ ਬਚਨ ਹੋਰ ਵੀ ਇਤਿਹਾਸ ਵਿੱਚ ਆਉਂਦਾ ਹੈ, ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਗੁਰਤਾ ਗੱਦੀ ਤੇ ਬੈਠੇ ਨਾ, ਆਪ ਸਾਰੀਆਂ ਸੰਗਤਾਂ ਨੇ ਇਤਿਹਾਸ ਸਰਵਣ ਕੀਤਾ ਹੈ। ਆਪਾਂ ਇਹ ਬਚਨ ਸਰਵਣ ਕਰਦੇ ਹਾਂ ਵੀ ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਜਦੋਂ ਦਿੱਲੀ ਨੂੰ ਚੱਲੇ ਸਨ ਆਪਣਾ ਸੀਸ ਦੇਣ ਵਾਸਤੇ, ਤੇ ਇਹ ਬਚਨ ਆਪਾਂ ਸੁਣਦੇ ਹਾਂ ਵੀ ਮਹਾਰਾਜ ਉਦੋਂ 9 ਸਾਲ ਦੀ ਉਮਰਾਂ ਦੇ ਸਨ। ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ 9 ਸਾਲ ਦੀ ਉਮਰਾਂ ਦੇ ਵਿੱਚ ਗੁਰੂ ਗੋਬਿੰਦ ਸਿੰਘ ਮਹਾਰਾਜ ਗੁਰਤਾ ਗੱਦੀ ਤੇ ਬੈਠੇ ਸਨ, ਤੇ ਗੁਰਤਾ ਗੱਦੀ ਦਾ ਤਿਲਕ ਜਿਹੜਾ ਹੈ ਉਹ ਭਾਈ ਰਾਮ ਕੋਇਰ ਨੇ ਲਾਇਆ ਸੀ, ਤੇ ਭਾਈ ਰਾਮ ਕੋਇਰ ਉਹਨਾਂ ਨਾਲੋਂ 6 ਸਾਲ ਛੋਟੇ ਸਨ। ਹੁਣ ਜੇ ਮੰਨ ਲਓ ਵੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੀ ਉਮਰ 9 ਸਾਲ ਹੈ, ਇਹ 6 ਸਾਲ ਛੋਟੇ, ਮਤਲਬ ਇਹਨਾਂ ਦੀ ਉਮਰ ਉਦੋਂ 3 ਸਾਲ ਦੀ ਸੀ। 3 ਸਾਲ ਦਾ ਆਪਾਂ ਬੱਚਾ ਹੀ ਗਿਣ ਲੈਂਦੇ ਆ। ਪਰ ਸਾਰੀਆਂ ਸੰਗਤਾਂ ਨੂੰ ਔਰ ਜਿਹੜੇ ਉਸ ਵੇਲੇ ਗੁਰੂ ਬਣਨ ਦਾ ਦਾਅਵਾ ਕਰਦੇ ਸਨ ਨਾ ਗੁਰਮੁਖੋ, ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਗੁਰਤਾ ਗੱਦੀ ਤੇ ਬੈਠੇ ਨਾ, ਉਦੋਂ ਕਈ ਲੋਕ ਹੋਰ ਵੀ ਦਾਅਵਾ ਕਰਦੇ ਸਨ ਵੀ ਅਸੀਂ ਵੀ ਗੁਰੂ ਹਾਂ। ਪਰ ਗੁਰੂ ਉਹਨੂੰ ਮੰਨਿਆ ਜਾਣਾ ਸੀ ਜਿਹਨੂੰ ਬਾਬਾ ਬੁੱਢਾ ਸਾਹਿਬ ਦੀ ਕੁੱਲ ਆ ਕੇ ਮੱਥੇ ਤੇ ਤਿਲਕ ਲਾਵੇ ਤੇ ਮੱਥਾ ਟੇਕੇ। ਇਹ ਮਰਿਆਦਾ ਸੀ। ਗੁਰੂ ਅੰਗਦ ਸਾਹਿਬ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਤੱਕ ਜਿਹੜੇ 9 ਗੁਰੂ ਪਾਤਸ਼ਾਹ ਹੋਏ ਨੇ, ਸਭ ਤੋਂ ਪਹਿਲਾਂ ਮੱਥਾ ਬਾਬਾ ਬੁੱਢਾ ਸਾਹਿਬ ਦੀ ਟੇਕਦੇ ਸਨ ਜਦੋਂ ਨਵਾਂ ਗੁਰੂ ਗੁਰਤਾ ਗੱਦੀ ਤੇ ਬੈਠਦਾ। ਬਾਬਾ ਬੁੱਢਾ ਸਾਹਿਬ ਦੇ ਮੱਥਾ ਟੇਕਣ ਤੋਂ ਮਗਰੋਂ ਫਿਰ ਬਾਕੀ ਸੰਗਤਾਂ ਉੱਠ ਕੇ ਟੇਕਦੀਆਂ। ਹੁਣ ਬਾਬਾ ਬੁੱਢਾ ਸਾਹਿਬ ਜੀ 6 ਗੁਰੂਆਂ ਨੂੰ ਗੁਰਤਾ ਗੱਦੀ ਉਹਨਾਂ ਨੇ 5 ਗੁਰੂਆਂ ਨੂੰ ਦਿੱਤੀ ਹੈ। 6ਵੇਂ ਗੁਰੂ ਤੱਕ ਰਹਿ 7ਵੇਂ 8ਵੇਂ 9ਵੇਂ ਤੇ 10ਵੇਂ ਗੁਰੂ ਨੂੰ ਜਿਹੜੀ ਗੁਰਤਾ ਗੱਦੀ ਹੈ ਉਹਨਾਂ ਦੀ ਕੁੱਲ ਵਿੱਚੋਂ ਅੱਗੇ ਪੀੜ੍ਹੀ ਨੇ ਦਿੱਤੀ ਹੈ। ਬਾਬਾ ਬੁੱਢਾ ਸਾਹਿਬ ਦੇ ਪੁੱਤਰ ਨੇ ਜਾਂ ਪੋਤਰੇ ਨੇ ਅੱਗੇ ਜਿਵੇਂ ਜਿਵੇਂ ਉਹ ਆਉਂਦੇ ਗਏ ਉਵੇਂ ਉਵੇਂ ਦਿੰਦੇ ਰਹੇ। ਪਰ ਜਿਸ ਵੇਲੇ ਗੁਰੂ ਗੋਬਿੰਦ ਸਿੰਘ ਮਹਾਰਾਜ ਬੈਠੇ ਉਸ ਵੇਲੇ ਭਾਈ ਰਾਮ ਕੋਇਰ ਦੀ ਉਮਰ 3 ਸਾਲ ਦੀ ਹੈ। ਜਿਹੜੇ ਹੋਰ ਵੀ ਦਾਅਵਾ ਕਰਦੇ ਸਨ ਵੀ ਅਸੀਂ ਵੀ ਗੁਰੂ ਆ, ਉਹਨਾਂ ਨੇ ਵੀ ਬੜਾ ਯਤਨ ਕੀਤਾ ਵੀ ਭਾਈ ਰਾਮ ਕੋਇਰ ਤੇ ਹੈਗੇ ਨੇ 3 ਸਾਲ ਦੇ। 3 ਸਾਲ ਦੇ ਬੱਚੇ ਦਾ ਕੀ ਜ਼ੋਰ ਹੁੰਦਾ? ਉਹਨਾਂ ਨੂੰ ਘਰੋਂ ਚੁੱਕ ਕੇ ਲੈ ਆਈਏ, ਸੰਗਤ ਵਿੱਚ ਬਿਠਾ ਕੇ ਤੇ ਉਹਨਾਂ ਦੇ ਕੋਲੋਂ ਆਪਾਂ ਆਪਣੇ ਮੱਥੇ ਤੇ ਤਿਲਕ ਲਵਾ ਲਈਏ। ਸੰਗਤ ਕਹੇਗੀ ਵੀ ਬਾਬਾ ਬੁੱਢਾ ਸਾਹਿਬ ਦੇ ਪੁੱਤਰ ਨੇ, ਪੋਤਰੇ ਨੇ ਜਾਂ ਪੜੋਤਰੇ ਨੇ ਤਿਲਕ ਲਾਇਆ, ਚਲੋ ਇਹੋ ਹੀ ਗੁਰੂ ਹੋਣਗੇ। ਤੇ ਗੁਰਮੁਖੋ ਕੱਲੀ ਇਹ ਸਲਾਹ ਕੀਤੀ ਨਹੀਂ ਹੈ, ਇਸੇ ਤਰ੍ਹਾਂ ਕੀਤਾ ਵੀ ਗਿਆ। ਭਾਈ ਰਾਮ ਕੋਇਰ ਨੂੰ ਚੁੱਕ ਕੇ ਲੈ ਆਉਂਦੇ ਆਪਣੀ ਗੋਦੀ ਦੇ ਵਿੱਚ, ਜਦੋਂ ਆਖਦੇ ਵੀ ਇਹਨਾਂ ਨੂੰ ਤਿਲਕ ਲਾ ਦਿਓ, ਤੇ ਭਾਈ ਰਾਮ ਕੋਇਰ ਜੀ ਇਤਿਹਾਸ ਕਹਿੰਦਾ ਵੀ ਪਰਾਂ ਨੂੰ ਮੂੰਹ ਕਰ ਲੈਂਦੇ, ਉਧਰ ਵੇਂਦੇ ਹੀ ਨਾ। ਜਿਹੜਾ ਕੋਈ ਗੁਰੂ ਬਣਨ ਦੀ ਇੱਛਾ ਰੱਖ ਕੇ ਬੈਠਾ ਹੁੰਦਾ ਨਾ, ਤੇ ਬੱਚੇ ਨੂੰ ਚੁੱਕ ਕੇ ਲੈ ਆਉਣਾ ਵੀ ਤੁਹਾਨੂੰ ਆਹ ਫਲ ਲੈ ਕੇ ਦਿਆਂਗੇ, ਆਹ ਖਾਣ ਵਾਲੀ ਚੀਜ਼ ਲੈ ਕੇ ਦਿਆਂਗੇ, ਤੁਸੀਂ ਆਹ ਮਾੜਾ ਜਿਹਾ ਕੰਮ ਕਰ ਦਿਓ, ਤਿਲਕ ਲਾ ਦਿਓ। ਸੰਸਾਰੀ ਲੋਕ ਸਮਝਦੇ ਸਨ ਵੀ ਇਹ ਇੱਕ ਬੱਚਾ ਹੀ ਹੈ, ਬਚਾ ਕੇ ਕੰਮ ਲਵਾਂਗੇ, ਪਰ ਉਹ ਬ੍ਰਹਮ ਗਿਆਨੀ ਸਨ। ਕਹਿਣ ਲੱਗੇ ਵੀ ਉਹਨਾਂ ਨੇ ਮੂੰਹ ਹੀ ਪਰਾਂ ਨੂੰ ਕਰ ਲੈਣਾ, ਵੇਖਣਾ ਹੀ ਨਾ ਉਹਦੇ ਪਾਸੇ ਜਿਹੜਾ ਗੁਰੂ ਬੈਠਾ ਹੋ। ਤੇ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਬੈਠੇ ਨਾ 9 ਸਾਲ ਦੀ ਉਮਰਾਂ ਵਿੱਚ ਗੁਰਤਾ ਗੱਦੀ ਤੇ ਭਾਈ ਰਾਮ ਕੋਇਰ ਨੂੰ ਫਿਰ ਲੈ ਕੇ ਆਂਦਾ ਪਰਿਵਾਰ ਨੇ। ਇਧਰ ਸਤਿਗੁਰੂ ਤਖਤ ਤੇ ਬੈਠੇ ਹੋਏ, ਉਧਰੋਂ ਕੋਈ ਸਿੱਖ ਭਾਈ ਰਾਮ ਕੋਇਰ ਨੂੰ ਆਪਣੇ ਗੋਦੀ ਚੁੱਕ ਕੇ ਮੋਢਿਆਂ ਤੇ ਚੁੱਕ ਕੇ ਲਈ ਆਉਂਦਾ, ਤੇ ਦਰਵਾਜ਼ਾ ਵੜਦਿਆਂ ਹੀ ਸਤਿਗੁਰਾਂ ਵੱਲ ਵੇਖ ਕੇ ਹੱਸਣ ਲੱਗ ਪਿਆ। ਕਿਸੇ ਨੂੰ ਕਹਿਣ ਦੀ ਲੋੜ ਨਹੀਂ ਪਈ। 3 ਸਾਲ ਦੇ ਬੱਚੇ ਨੇ ਆਪਣੇ ਆਪ ਹੀ ਤਿਲਕ ਲਿਆ ਕੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਮੱਥੇ ਤੇ ਲਾਇਆ। ਇੱਕ ਵਾਰੀ ਆਖੀਏ ਸਤਨਾਮ ਸ੍ਰੀ ਵਾਹਿਗੁਰੂ। ਇਹ ਕਮਾਈ ਹੈ ਬਾਬਾ ਬੁੱਢਾ ਸਾਹਿਬ ਦੇ ਖਾਨਦਾਨ, ਇਹ ਕਮਾਈ ਹੈ ਭਾਈ ਰਾਮ ਕੋਇਰ ਜੀਆਂ ਦੀ। ਇਹ ਉਹ ਇਤਿਹਾਸ ਸੁਣਾ ਰਹੇ ਆਪਾਂ। ਬਚਨ ਇਹ ਸਾਂਝਾ ਕੀਤਾ ਹੈ ਵੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ 9 ਸਾਲ ਦੀ ਉਮਰਾਂ ਤੇ ਗੁਰਤਾ ਗੱਦੀ ਤੇ ਬੈਠੇ। ਜਿਨ੍ਹਾਂ ਨੇ ਗੁਰਤਾ ਗੱਦੀ ਦਿੱਤੀ ਉਹਨਾਂ ਦੀ ਉਮਰ ਉਸ ਵੇਲੇ 3 ਸਾਲ ਦੀ ਸੀ। ਤੇ ਫਿਰ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਕੋਲ ਹੀ ਪਲੇ, ਵੱਡੇ ਹੋਏ, ਜਵਾਨ ਹੋਏ। ਇੱਥੇ ਫਿਰ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਵਰ ਦਿੱਤਾ, ਕਹਿਣ ਲੱਗੇ ਬਾਬਾ ਬੁੱਢਾ ਸਾਹਿਬ ਦੇ ਖਾਨਦਾਨ ਵਿੱਚੋਂ ਭਾਈ ਰਾਮ ਕੋਇਰ ਜੀ, ਅਸੀਂ ਤੁਹਾਨੂੰ ਵਰ ਬਖਸ਼ਿਸ਼ ਕਰਦੇ ਹਾਂ, ਤੁਸੀਂ ਬੁੱਢੇ ਹੋ ਕੇ ਦੁਨੀਆ ਤੋਂ ਜਾਓਗੇ, ਭਾਵ ਕਿ ਲੰਮੀ ਉਮਰਾਂ ਤੁਹਾਡੀ ਹੋਵੇਗੀ।
ਤੇ ਇਤਿਹਾਸ ਇਹ ਬਚਨ ਕਰਦਾ ਵੀ ਉਹਨਾਂ ਦੀ ਇੰਨੀ ਉਮਰਾਂ ਸੀ ਵੀ ਉਹਨਾਂ ਦੀਆਂ ਅੱਖਾਂ ਦੇ ਦਰਸ਼ਨ ਨਹੀਂ ਸਨ ਹੁੰਦੇ। ਅੱਖਾਂ ਦੇ ਭਰਵੱਟੇ ਇੰਨੇ ਵੱਡੇ ਔਰ ਵੱਧ ਗਏ ਸਨ ਵੀ ਅੱਖਾਂ ਭਰਵੱਟਿਆਂ ਨਾਲ ਢੱਕੀਆਂ ਜਾਂਦੀਆਂ ਸੀ, ਇੰਨੀ ਲੰਮੀ ਉਮਰਾਂ ਸੀ ਉਹਨਾਂ ਦੀ। ਤੇ ਬਚਨ ਜਿਹੜਾ ਮੁਖੋਂ ਕਰ ਦੇਣਾ, ਸੁਭਾਵਕ ਹੀ ਕੁਝ ਕਹਿ ਦੇਣਾ, ਉਸੇ ਵੇਲੇ ਹੀ ਪੂਰਾ ਹੋ ਜਾਣਾ, ਇੰਨੀ ਕਮਾਈ ਸੀ ਉਹਨਾਂ ਦੀ। ਬਚਨ ਮੂੰਹੋਂ ਮਗਰੋਂ ਨਿਕਲਣਾ, ਪੂਰਾ ਪਹਿਲਾਂ ਹੋ ਜਾਂਦਾ। ਐਸਾ ਸਾਧੂ ਹੈ, ਐਸਾ ਗੁਰਮੁਖ ਹੈ। ਆਪਾਂ ਬਾਬਾ ਬੁੱਢਾ ਸਾਹਿਬ ਦੇ ਇਤਿਹਾਸ ਨੂੰ ਤੇ ਪੜ੍ਹਦੇ ਸੁਣਦੇ ਹਾਂ, ਪਰ ਇਹ ਬਾਬਾ ਬੁੱਢਾ ਸਾਹਿਬ ਦੇ ਖਾਨਦਾਨ ਦਾ ਵੀ ਬੜਾ ਵੱਡਾ ਇਤਿਹਾਸ ਹੈ। ਸੋ ਇਹ ਵਰ ਮਹਾਰਾਜ ਨੇ ਬਖਸ਼ਿਸ਼ ਕੀਤਾ ਵੀ ਤੂੰ ਲੰਮਾ ਸਮਾਂ ਸਾਡੇ ਤੋਂ ਮਗਰੋਂ ਦੁਨੀਆ 'ਚ ਰਵੇਂਗਾ। ਜਦੋਂ ਇਹ ਵਰ ਬਖਸ਼ਿਆ ਨਾ ਤੇ ਮਹਾਰਾਜ ਸੱਚਖੰਡ ਨੂੰ ਜਾਣ ਲੱਗੇ, ਉਸ ਵੇਲੇ ਭਾਈ ਰਾਮ ਕੋਇਰ ਨੇ ਇੱਕ ਹੋਰ ਬੇਨਤੀ ਕੀਤੀ। ਕਹਿਣ ਲੱਗਾ, ਮਹਾਰਾਜ ਤੁਸੀਂ ਮੈਨੂੰ ਵਰ ਤੇ ਦਿੱਤਾ ਵੀ ਮੈਂ ਤੁਹਾਡੇ ਤੋਂ ਮਗਰੋਂ ਵੀ ਦੁਨੀਆ ਤੇ ਰਵਾਂਗਾ, ਮੈਂ ਤੁਹਾਡਾ ਇਹ ਬਚਨ ਝੋਲੀ ਪਾ ਲਿਆ, ਮੰਨ ਲਿਆ, ਠੀਕ ਹੈ ਮੈਂ ਰਵਾਂਗਾ ਤੁਹਾਡੇ ਤੋਂ ਮਗਰੋਂ, ਲੰਮੀ ਉਮਰਾਂ ਭੋਗਾਂਗਾ। ਪਰ ਮਹਾਰਾਜ ਮੇਰੀ ਇੱਕ ਬੇਨਤੀ ਇਹ ਹੈ ਕਿ ਮੈਂ ਤੁਹਾਡਾ ਦਰਸ਼ਨ ਕੀਤੇ ਬਿਨਾ ਮੈਂ ਜਲ ਪਾਣੀ ਨਹੀਂ ਛਕਦਾ, ਪ੍ਰਸ਼ਾਦਾ ਨਹੀਂ ਛਕਦਾ। ਜੇ ਆਪ ਜੀ ਸੱਚਖੰਡ ਚਲੇ ਗਏ ਤੇ ਫਿਰ ਮੈਨੂੰ ਤੁਹਾਡੇ ਦਰਸ਼ਨ ਕਿਵੇਂ ਹੋਣਗੇ? ਜੇ ਤੁਹਾਡੇ ਦਰਸ਼ਨ ਨਹੀਂ ਹੋਣਗੇ ਤੇ ਫਿਰ ਮੈਂ ਪ੍ਰਸ਼ਾਦਾ ਪਾਣੀ ਛਕ ਹੀ ਨਹੀਂ ਸਕਦਾ। ਮਹਾਰਾਜ ਇਹਦੇ ਵਾਸਤੇ ਵੀ ਆਪ ਜੀ ਕਿਰਪਾ ਕਰ ਦਿਓ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਬਚਨ ਸੁਣ ਕੇ ਫਿਰ ਵਰ ਦਿੱਤਾ। ਕਹਿਣ ਲੱਗੇ, ਭਾਈ ਰਾਮ ਕੋਇਰ ਜੀ, ਭਾਵੇਂ ਅਸੀਂ ਸੱਚਖੰਡ ਵੀ ਚਲੇ ਜਾਈਏ ਪਰ ਤੁਹਾਨੂੰ ਅਸੀਂ ਅੰਮ੍ਰਿਤ ਵੇਲੇ ਰੋਜ਼ ਦਰਸ਼ਨ ਦਿਆ ਕਰਾਂਗੇ। ਸਤਿ ਸ੍ਰੀ ਅਕਾਲ। ਇਹ ਵਰ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਬਖਸ਼ਿਆ। ਅਸੀਂ ਸੱਚਖੰਡ ਚਲੇ ਜਾਈਏ ਤੁਹਾਨੂੰ ਅੰਮ੍ਰਿਤ ਵੇਲੇ ਜ਼ਰੂਰ ਦਰਸ਼ਨ ਦੇਵਾਂ ਕਰਾਂਗੇ। ਤੇ ਗੁਰਮੁਖੋ 60 ਸਾਲ ਸੱਚਖੰਡ ਜਾਣ ਤੋਂ ਮਗਰੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਰੋਜ਼ ਅੰਮ੍ਰਿਤ ਵੇਲੇ ਭਾਈ ਰਾਮ ਕੋਇਰ ਨੂੰ ਦਰਸ਼ਨ ਦਿੰਦੇ। ਐਸੇ ਗੁਰਸਿੱਖ ਦੀ ਕਮਾਈ ਨੂੰ ਯਾਦ ਕਰਕੇ ਆਖੀਏ ਸਤਨਾਮ ਸ੍ਰੀ ਵਾਹਿਗੁਰੂ। ਐਸੀ ਕਮਾਈ ਹੈ। ਨਿੰਦਿਆ ਕਰਨੀ ਬੜੀ ਸੌਖੀ ਹੈ ਪਰ ਕਮਾਈ ਕਰਨੀ ਬੜੀ ਔਖੀ ਹੈ। ਇਹ ਕਮਾਈ ਵਾਲੇ ਗੁਰਸਿੱਖਾਂ ਦਾ ਇਤਿਹਾਸ ਹੈ। ਅੱਜ ਕੱਲ ਦੁਨੀਆ ਜਿਹੜੀ ਹੈ ਨਾ, ਗੁਰੂ ਦੀ ਨਿੰਦਿਆ, ਗੁਰੂ ਦੇ ਸਿੱਖਾਂ ਦੀ, ਬਾਬਾ ਬੁੱਢਾ ਸਾਹਿਬ ਦੀ ਵੀ ਨਿੰਦਿਆ ਲੋਕ ਕਰਦੇ। ਆ ਜਿਹੜਾ ਆਪਾਂ ਇਤਿਹਾਸ ਸਰਵਣ ਕਰਦੇ ਪਏ, ਕੁਝ ਲੋਕ ਇਹਦੀ ਵੀ ਨਿੰਦਿਆ ਕਰਦੇ। ਕਹਿਣ ਲੱਗੇ ਜੀ ਐਵੇਂ ਗੱਲਾਂ ਲਿਖੀਆਂ ਸਾਖੀਆਂ ਸੁਣਾਈ ਜਾਂਦੇ, ਸਾਡਾ ਮਤਲਬ ਹੀ ਕੋਈ ਨਹੀਂ ਇਹਨਾਂ ਦੇ ਨਾਲ। ਪਰ ਜੇ ਮੰਨ ਲਓ ਆਪਾਂ ਇਹ ਕਥਾ ਸੁਣਾਂਗੇ ਨਹੀਂ, ਸਾਨੂੰ ਗੁਰੂ ਦਾ ਇਤਿਹਾਸ ਪਤਾ ਕਿਵੇਂ ਲੱਗੇਗਾ ਵੀ ਗੁਰੂ ਨੇ ਕਿੱਥੇ ਕੀ ਕੀ ਕੀਤਾ? ਮੰਨ ਲਓ ਸਾਰੇ ਗ੍ਰੰਥ ਵਿੱਚੋਂ ਇੱਕ ਦੋ ਗੱਲਾਂ ਜੇ ਕਿਸੇ ਨੇ ਬਾਹਰੋਂ ਲਿਖ ਵੀ ਦਿੱਤੀਆਂ ਨੇ, ਉਹ ਆਪਾਂ ਇੱਕ ਦੋ ਗੱਲਾਂ ਛੱਡ ਦਈਏ ਤੇ ਬਾਕੀ ਤੇ ਇਤਿਹਾਸ ਆਪਾਂ ਸੁਣ ਕੇ ਲਾਹਾ ਪ੍ਰਾਪਤ ਕਰ ਲਈਏ। ਇਤਿਹਾਸ ਉਹਨਾਂ ਨੇ ਲਿਖਿਆ ਜਿਨ੍ਹਾਂ ਨੂੰ ਵਾਰੇ ਮਿਲਿਆ ਸੀ ਵੀ ਅਸੀਂ ਸੱਚਖੰਡ ਵੀ ਚਲੇ ਗਏ, ਤੁਹਾਨੂੰ ਦਰਸ਼ਨ ਫਿਰ ਵੀ ਦਿੰਦੇ ਰਵਾਂਗੇ। ਐਸੇ ਗੁਰਸਿੱਖ ਹਨ। ਤੇਰੋ ਘਰ ਜਬ ਪਾਰ ਹਵੈ ਹਮਰੋ ਸੋ ਉਰਾਰਾ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ, ਇੱਕ ਹੋਰ ਵਰ ਦਿੱਤਾ। ਬਚਨ ਬੜਾ ਡੂੰਘਾ ਹੈ, ਜੇ ਆਪ ਸੰਗਤਾਂ ਧਿਆਨ ਦੇਵੋਗੇ ਪੂਰਾ ਸਮਝ ਵਿੱਚ ਪਵੇਗਾ। ਤੇਰਾ ਘਰ ਜਬ ਪਾਰ ਹੋਏ, ਜਦੋਂ ਤੂੰ ਪਾਰ ਪਰਲੋਕ ਵਿੱਚ ਹੋਵੇਂਗਾ। ਹਮਰੋ ਸੋ ਉਰਾਰਾ, ਉਦੋਂ ਅਸੀਂ ਇਸ ਦੇਸ਼ ਵਿੱਚ ਹੋਵਾਂਗੇ। ਭਾਵ ਇਹ ਹੈ ਵੀ ਜਦੋਂ ਤੂੰ ਸੱਚਖੰਡ ਦੇ ਵਿੱਚ ਸੀ, ਤੇਰਾ ਜਨਮ ਨਹੀਂ ਸੀ ਹੋਇਆ, ਉਦੋਂ ਅਸੀਂ ਇਸ ਦੁਨੀਆ ਤੇ ਆ ਗਏ ਸੀ। ਕਿਉਂਕਿ ਮਹਾਰਾਜ ਵੱਡੇ ਨੇ ਨਾ ਉਹਨਾਂ ਦੇ ਨਾਲੋਂ 6 ਸਾਲ। ਮਹਾਰਾਜ 6 ਸਾਲ ਪਹਿਲਾਂ ਦੁਨੀਆ ਤੇ ਆ ਗਏ ਤੇ ਭਾਈ ਰਾਮ ਕੌਰ ਜੀ ਉਸ ਵੇਲੇ ਸੱਚਖੰਡ। ਮਹਾਰਾਜ ਕਹਿਣ ਲੱਗੇ, ਤੇਰਾ ਘਰ ਜਬ ਪਾਰ ਹੋਏ, ਜਦੋਂ ਤੂੰ ਪਾਰਲੇ ਪਾਸੇ ਸੀ ਨਾ, ਭਾਵ ਕਿ ਸੱਚਖੰਡ ਦੇ ਵਿੱਚ ਸੀ। ਹਮਰੋ ਸੋ ਉਰਾਰਾ, ਉਸ ਵੇਲੇ ਅਸੀਂ ਇਸ ਦੁਨੀਆ ਤੇ ਆ ਗਏ ਸੀ, ਸਾਡਾ ਘਰ ਇੱਥੇ ਤੇ ਤੇਰਾ ਸੱਚਖੰਡ ਦੇ ਵਿੱਚ ਹੈ। ਤੇਰੋ ਹੋਏ ਉਰਾਰ ਜਬ ਹਮਰੋ ਤਬ ਪਾਰਾ। ਤੇ ਦੂਜਾ ਬਚਨ ਕੀਤਾ, ਜਦੋਂ ਤੇਰਾ ਘਰ ਇੱਥੇ ਹੋਵੇਗਾ, ਭਾਵ ਕਿ ਤੂੰ ਦੁਨੀਆ ਵਿੱਚ ਹੋਵੇਗਾ ਨਾ, ਤੇ ਫਿਰ ਅਸੀਂ ਸਰੀਰ ਛੱਡ ਕੇ ਸੱਚਖੰਡ ਨੂੰ ਚਲੇ ਜਾਵਾਂਗੇ, ਅਸੀਂ ਪਾਰ ਚਲੇ ਜਾਵਾਂਗੇ, ਤੂੰ ਇੱਥੇ ਰਹਿ ਜਾਣਾ। ਮਤਲਬ ਇਹ ਹੈ ਵੀ ਜਦੋਂ ਤੁਸੀਂ ਸੱਚਖੰਡ ਦੇ ਵਿੱਚ ਸੀ, ਉਦੋਂ ਅਸੀਂ ਤੁਹਾਡੇ ਤੋਂ ਪਹਿਲਾਂ ਇੱਥੇ ਅਵਤਾਰ ਲੈ ਲਿਆ। ਹੁਣ ਅਸੀਂ ਦੁਨੀਆ ਛੱਡ ਕੇ ਤੁਹਾਡੇ ਤੋਂ ਪਹਿਲਾਂ ਚਲੇ ਜਾਣਾ ਸੱਚਖੰਡ, ਤੁਸੀਂ ਸਾਡੇ ਤੋਂ ਬਾਅਦ ਵਿੱਚ ਆਉਣਾ ਹੈ। ਸਾਡਾ ਘਰ ਪਾਰ ਹੋਵੇਗਾ, ਭਾਵ ਕਿ ਸੱਚਖੰਡ ਹੋਵੇਗਾ, ਤੁਸੀਂ ਉਸ ਵੇਲੇ ਦੁਨੀਆ ਤੇ ਹਾਲੇ ਵਿਚਰ ਰਹੇ ਹੋਵੋਗੇ। ਇਹ ਲੰਮੀ ਆਜੂ ਦਾ ਵਰ ਬਖਸ਼ਿਆ ਮਹਾਰਾਜ ਨੇ। ਇਹ ਬਚਨ ਕੀਤੇ ਵੀ ਤੇਰਾ ਇਸ ਤਰ੍ਹਾਂ ਸਾਡੇ ਤੋਂ ਮਗਰੋਂ ਆਉਣਾ ਹੋਣਾ ਹੈ। ਸੋ ਇਸੇ ਦਾ ਜਿਹੜਾ ਇੱਕ ਅਰਥ ਹੋਰ ਹੈ,
ਉਹ ਬਖਸ਼ਿਸ਼ ਕਰਦੇ। ਇਹੋ ਪੰਕਤੀ ਨੂੰ ਆਪਾਂ ਫਿਰ ਸਰਵਨ ਕਰਦੇ ਹਾਂ। ਤੇਰੋ ਘਰ ਜਬ ਪਾਰ ਹਵੈ ਹਮਰੋ ਸੋ ਉਰਾਰਾ। ਸਤਿਗੁਰਾਂ ਨੇ ਇੱਕ ਬਚਨ ਹੋਰ ਕੀਤਾ, ਤੇਰਾ ਘਰ ਜਬ ਪਾਰ ਹੋਏ। ਇਹਦੇ ਕਈ ਅਰਥ ਕੀਤੇ ਵਿਦਵਾਨਾਂ ਨੇ। ਮਹਾਰਾਜ ਜੀ ਸਤਲੁਜ ਦਰਿਆ ਤੋਂ ਆਨੰਦਪੁਰ ਸਾਹਿਬ ਵਾਲੀ ਸਾਈਡ ਤੇ ਨੇ, ਤੇ ਭਾਈ ਰਾਮ ਕੋਇਰ ਦਾ ਜਿਹੜਾ ਪਿੰਡ ਹੈ ਉਹ ਅੰਮ੍ਰਿਤਸਰ ਦੇ ਨੇੜੇ ਹੈ, ਰਮਦਾਸਪੁਰਾ। ਤੇ ਸਤਿਗੁਰਾਂ ਨੇ ਆਖਿਆ ਤੇਰੋ ਘਰ ਜਬ ਪਾਰ ਹੋਏ, ਤੇਰਾ ਘਰ ਪਾਰ ਹੋਵੇਗਾ ਸਤਲੁਜ ਦੇ ਦੂਜੇ ਪਾਸੇ, ਭਾਵ ਕਿ ਤੂੰ ਰਮਦਾਸਪੁਰੇ ਵਿੱਚ ਰਹਿੰਦਾ ਹੋਵੇਗਾ। ਹਮਰੋ ਸੋ ਉਰਾਰਾ, ਸਾਡਾ ਜਿਹੜਾ ਘਰ ਹੈ ਉਹ ਉਰਲੇ ਪਾਸੇ, ਭਾਵ ਆਨੰਦਪੁਰ ਸਾਹਿਬ ਹੋਵੇਗਾ। ਤੁਸੀਂ ਰਮਦਾਸਪੁਰੇ ਰਹਿੰਦੇ ਹੋਵੋਗੇ, ਤੁਹਾਡਾ ਘਰ ਉੱਥੇ ਹੋਵੇਗਾ, ਔਰ ਸਾਡਾ ਘਰ ਜਿਹੜਾ ਇੱਧਰ ਸਤਲੁਜ ਤੋਂ ਦੂਜੇ ਪਾਸੇ ਆਨੰਦਪੁਰ ਸਾਹਿਬ ਵਿੱਚ ਅਸੀਂ ਵਸਦੇ ਹੋਵਾਂਗੇ। ਇਹ ਬਚਨ ਬਖਸ਼ੇ ਹਨ। ਤਬ ਪਾਰਾ। ਦੂਜਾ ਬਚਨ ਕੀਤਾ, ਤੇਰਾ ਜਦੋਂ ਘਰ ਇਹ ਹੋਵੇਗਾ ਪੰਜਾਬ, ਜਦੋਂ ਤੂੰ ਪੰਜਾਬ ਦੇ ਵਿੱਚ ਰਹਿੰਦਾ ਹੋਵੇਗਾ, ਤੇ ਸਾਡਾ ਘਰ ਉਸ ਵੇਲੇ ਪਾਰ ਕੀ ਦੱਖਣ ਹੋਵੇਗਾ, ਅਸੀਂ ਦੱਖਣ ਵਿੱਚ ਚਲੇ ਜਾਵਾਂਗੇ। ਤੁਸੀਂ ਪੰਜਾਬ ਵਿੱਚ ਰਹਿੰਦੇ ਹੋਵੋਗੇ, ਅਸੀਂ ਦੱਖਣ ਵਿੱਚ ਚਲੇ ਜਾਵਾਂਗੇ, ਤੇ ਉੱਥੋਂ ਹੀ ਸਰੀਰ ਛੱਡ ਕੇ ਸੱਚਖੰਡ ਨੂੰ ਚਲੇ ਜਾਵਾਂਗੇ। ਭਾਈ ਰਾਮ ਕੋਇਰ ਜੀ ਕਹਿੰਦੇ ਵੀ ਇਹ ਆਉਣ ਵਾਲੇ ਸਮੇਂ ਦੇ, ਅਜੇ ਮਹਾਰਾਜ ਸੱਚਖੰਡ ਨਹੀਂ ਗਏ, ਅਜੇ ਭਾਈ ਰਾਮ ਕੋਇਰ ਨੇ ਵੀ ਸਰੀਰ ਨਹੀਂ ਛੱਡਿਆ। ਇਹ ਆਉਣ ਵਾਲੇ ਸਮੇਂ ਦੇ ਬਚਨ ਪਹਿਲਾਂ ਹੀ ਕੀਤੇ। ਕਹਿਣ ਲੱਗੇ ਵੀ ਤੇਰਾ ਘਰ ਰਮਦਾਸਪੁਰੇ ਸਤਲੁਜ ਤੋਂ ਪਰਲੇ ਪਾਸੇ, ਸਾਡਾ ਸਤਲੁਜ ਤੋਂ ਦੂਜੇ ਪਾਸੇ ਹੈ, ਅਸੀਂ ਆਨੰਦਪੁਰ ਸਾਹਿਬ ਦੇ ਵਿੱਚ ਵਸਦੇ ਹਾਂ। ਤੇ ਫਿਰ ਦੂਜਾ ਬਚਨ ਇਹ ਵੀ ਕੀਤਾ, ਜਦੋਂ ਤੁਸੀਂ ਉਰਾਰ ਹੋਏ, ਉਰਾਰ ਤੋਂ ਭਾਵ ਵੀ ਤੁਸੀਂ ਪੰਜਾਬ ਦੇ ਵਿੱਚ ਰਹਿੰਦੇ ਹੋਵੋਗੇ ਨਾ ਭਾਈ ਰਾਮ ਕੋਇਰ ਜੀ, ਅਸੀਂ ਉਸ ਵੇਲੇ ਪਾਰ ਹੋ ਜਾਵਾਂਗੇ। ਪਾਰ ਤੋਂ ਭਾਵ ਇਹ ਆ ਵੀ ਸਾਰੇ ਦਰਿਆ ਟੱਪ ਕੇ ਤੇ ਦੱਖਣ ਵਿੱਚ ਚਲੇ ਜਾਵਾਂਗੇ, ਜਿਸ ਨੂੰ ਆਪਾਂ ਕਹਿੰਦੇ ਹਾਂ ਵੀ ਹਜ਼ੂਰ ਸਾਹਿਬ ਦੀ ਪਵਿੱਤਰ ਧਰਤੀ, ਉੱਥੇ ਅਸੀਂ ਜਾਵਾਂਗੇ, ਔਰ ਉੱਥੋਂ ਹੀ ਸਰੀਰ ਛੱਡ ਕੇ ਤੇ ਫਿਰ ਸੱਚਖੰਡ ਨੂੰ ਚਲੇ ਜਾਵਾਂਗੇ। ਇਹ ਭਾਈ ਰਾਮ ਕੋਇਰ ਜੀ ਕਹਿੰਦੇ ਵੀ ਇਹ ਵਰ ਦਿੱਤੇ। ਜਦੋਂ ਮਹਾਰਾਜ ਦਰਬਾਰ ਦੇ ਵਿੱਚੋਂ ਉੱਠ ਕੇ ਗਏ ਨਾ, ਬਾਹਰ ਉੱਚੀ ਥਾਂ ਤੇ ਜਾ ਕੇ ਬੈਠੇ, ਤੇ ਮੈਂ ਵੀ ਮਹਾਰਾਜ ਦੇ ਮਗਰ ਹੀ ਚਲਾ ਗਿਆ, ਤੇ ਮੈਨੂੰ ਇਹ ਦੋ ਵਾਰ ਦਿੱਤੇ। ਪਹਿਲਾ ਵਾਰ ਇਹ ਸੀ ਵੀ ਤੇਰੀ ਉਮਰਾਂ ਬੜੀ ਲੰਮੀ ਹੋਵੇਗੀ, ਦੂਜਾ ਵਾਰ ਇਹ ਸੀ ਵੀ ਤੈਨੂੰ ਅਸੀਂ ਰੋਜ਼ ਅੰਮ੍ਰਿਤ ਵੇਲੇ ਦਰਸ਼ਨ ਦੇਵਾ ਕਰਾਂਗੇ, ਤੀਜਾ ਬਚਨ ਇਹ ਆ ਵੀ ਤੂੰ ਸਾਡੇ ਤੋਂ ਦੁਨੀਆ ਤੋਂ ਮਗਰੋਂ ਆਇਆ, ਤੂੰ ਪਰਲੋਕ ਸੱਚਖੰਡ ਦੇ ਵਿੱਚ ਸੀ ਤੇ ਅਸੀਂ ਇਸ ਦੁਨੀਆ ਦੇ ਵਿੱਚ ਸੀ। ਹੁਣ ਤੂੰ ਸਾਡੇ ਤੋਂ ਮਗਰੋਂ ਇਸ ਦੁਨੀਆ ਵਿੱਚ ਰਹਿੰਦਾ ਹੋਵੇਂਗਾ ਤੇ ਅਸੀਂ ਪਰਲੋਕ ਸੱਚਖੰਡ ਨੂੰ ਚਲੇ ਜਾਵਾਂਗੇ। ਤੇ ਇੱਕ ਅਰਥ ਇਹ ਵੀ ਹੈ ਵੀ ਤੇਰਾ ਘਰ ਰਮਦਾਸਪੁਰੇ ਹੋਵੇਗਾ ਅੰਮ੍ਰਿਤਸਰ ਦੇ ਕੋਲ, ਤੇ ਅਸੀਂ ਆਨੰਦਪੁਰ ਸਾਹਿਬ ਦੇ ਵਿੱਚ ਵਸਦੇ ਪਏ ਹਾਂ। ਜਦੋਂ ਤੂੰ ਪੰਜਾਬ ਦੇ ਵਿੱਚ ਵਸਦਾ ਹੋਵੇਂਗਾ, ਉਦੋਂ ਅਸੀਂ ਦੱਖਣ ਵਿੱਚ ਰਹਿੰਦੇ ਹੋਵਾਂਗੇ ਤੇ ਉੱਥੋਂ ਹੀ ਸੱਚਖੰਡ ਨੂੰ ਚਲੇ ਜਾਵਾਂਗੇ। ਇਹ ਬਚਨ ਦੋ ਵਾਰੀ ਤਾਂ ਤੁਹਾਡੇ ਨਾਲ ਸਾਂਝਾ ਕੀਤਾ ਵੀ ਚੰਗੀ ਤਰ੍ਹਾਂ ਸਮਝ ਆ ਜਾਵੇ ਵੀ ਮਹਾਰਾਜ ਨੇ ਆਖਿਆ ਕੀ ਹੈ। ਬਚਨ ਬੜਾ ਗੁਪਤ ਹੈ ਔਰ ਬੜਾ ਡੂੰਘਾ ਹੈ, ਔਰ ਅਸੀਂ ਸਮਝਣ ਵਾਸਤੇ ਇਸ ਬਚਨ ਨੂੰ ਸਮਝ ਲਿਆ। ਇਹ ਆਉਣ ਵਾਲੇ ਸਮੇਂ ਦੇ ਮਹਾਰਾਜ ਨੇ ਬਚਨ ਆਖੇ ਹਨ। 3 ਬਾਰ ਇੰਬਾ ਕਰ ਅਵਲੋਕਿਓ ਨਾਥਾ। ਸੋ ਉਸ ਵੇਲੇ ਭਾਈ ਰਾਮ ਕੋਇਰ ਜੀ ਕਹਿੰਦੇ ਵੀ ਇਹ ਬਚਨ ਮਹਾਰਾਜ ਨੇ ਇੱਕ ਵਾਰੀ ਨਹੀਂ ਕਿਹਾ। ਮੰਨ ਲਓ ਕੋਈ ਗੱਲ ਹੈ ਨਾ, ਆਪਾਂ ਇੱਕ ਵਾਰੀ ਕਹਿ ਕੇ ਤੇ ਛੱਡ ਦਿੰਦੇ, ਟਾਲ ਦਿੰਦੇ, ਜਾਂ ਇੱਕ ਵਾਰੀ ਕਹਿ ਕੇ ਗੱਲ ਨਿਬੜ ਗਈ ਹੈ, ਨਹੀਂ। ਮਹਾਰਾਜ ਨੇ ਇਸੇ ਇਕੱਲੇ ਬਚਨ ਨੂੰ 3 ਵਾਰੀ ਆਖਿਆ। ਬਾਬਾ ਬੁੱਢਾ ਸਾਹਿਬ ਦੀ ਕੁਲ ਵਾਲਿਓ ਤੁਹਾਡੀ ਉਮਰਾਂ ਲੰਮੀ ਹੋਵੇਗੀ, ਬਾਬਾ ਬੁੱਢਾ ਸਾਹਿਬ ਦੀ ਕੁਲ ਵਾਲਿਓ ਤੁਹਾਡੀ ਉਮਰਾਂ ਲੰਮੀ ਹੋਵੇਗੀ, ਬਾਬਾ ਬੁੱਢਾ ਸਾਹਿਬ ਦੇ ਖਾਨਦਾਨ ਵਾਲਿਓ ਤੁਹਾਡੀ ਉਮਰਾਂ ਲੰਬੀ ਹੋਵੇਗੀ। ਇਹ ਬਚਨ 3 ਵਾਰੀ ਆਖੇ। ਤੇ ਜਿਹੜਾ ਬਚਨ ਆਪਾਂ ਇਹ ਸਰਵਣ ਕੀਤਾ ਨਾ, ਤੇਰੋ ਘਰ ਜਬ ਪਾਰ ਹੋਏ ਹਮਰੋ ਸੋ ਉਰਾਰਾ, ਤੇਰੋ ਹੋਏ ਉਰਾਰ ਜਬ ਹਮਰੋ ਤਬ ਪਾਰਾ, ਇਹ ਵੀ ਬਚਨ ਮਹਾਰਾਜ ਨੇ 3 ਵਾਰੀ ਆਖੇ। ਇਸ ਤਰ੍ਹਾਂ ਮਹਾਰਾਜ ਨੇ 3 ਵਾਰੀ ਕਹਿ ਕੇ ਤੇ ਭਾਈ ਰਾਮ ਕੋਇਰ ਜੀ ਕਹਿੰਦੇ ਫਿਰ ਮਹਾਰਾਜ ਨੇ ਮੇਰੇ ਵੱਲ ਤੱਕਿਆ। ਕਾਦੇ ਵਾਸਤੇ ਤੱਕਿਆ? ਕਿਰਪਾ ਕਟਾਖ ਅਵਲੋਕਨ ਕੀਨੋ, ਕਿਰਪਾ ਕਰਨ ਵਾਸਤੇ, ਮਿਹਰ ਕਰਨ ਵਾਸਤੇ ਮਹਾਰਾਜ ਨੇ ਫਿਰ ਮੁੜ ਕੇ ਨਾ ਭਾਈ ਰਾਮ ਕੋਇਰ ਜੀ ਕਹਿੰਦੇ ਮਹਾਰਾਜ ਨੇ ਮੇਰੇ ਵੱਲ ਤੱਕਿਆ, ਮੈਨੂੰ ਵੇਖਿਆ ਹੈ। ਢਾਲ ਕਟਾਰੀ ਕਰ ਦੇ ਬਖਸ਼ੀ ਨਿਜ਼ਾਹਤ। ਸਤਿਗੁਰੂ ਪਾਤਸ਼ਾਹ ਜੀਆਂ ਨੇ ਆਪਣੇ ਕੋਲੋਂ ਫਿਰ ਸ਼ਸਤਰ ਬਖਸ਼ੇ। ਇੱਕ ਢਾਲ ਦਿੱਤੀ ਮਹਾਰਾਜ ਨੇ, ਇੱਕ ਕਟਾਰ ਦਿੱਤੀ ਮਹਾਰਾਜ ਨੇ, ਇੱਕ ਕਰਦ। ਕਰਦ ਆਪਾਂ ਕਹਿ ਦਈਏ ਛੋਟੀ ਸ੍ਰੀ ਸਾਹਿਬ, ਛੋਟੀ ਸ੍ਰੀ ਸਾਹਿਬ ਜਿਹੜੀ ਆਪਾਂ ਗਲ ਵਿੱਚ ਪਾਉਣੇ ਆ ਨਾ ਗਾਤਰੇ ਵਾਲੀ, ਇਹਨੂੰ ਵੀ ਕਰਦ ਕਿਹਾ ਜਾਂਦਾ। ਇਹ 3 ਸ਼ਸਤਰ ਬਖਸ਼ੇ।
ਸ਼ਾਸਤਰ ਧਾਰਨ ਕਰਨਾ, ਸ਼ਸਤਰ ਕੋਲ ਰੱਖਣਾ, ਇਹ ਸਾਡੇ ਗੁਰੂ ਦਾ ਹੁਕਮ ਹੈ। ਔਰ ਕੱਲਾ ਗੁਰੂ ਦਾ ਹੁਕਮ ਨਹੀਂ, ਗੁਰੂ ਪਾਤਸ਼ਾਹ ਨੇ ਆਪ ਵੀ ਸ਼ਸਤਰ ਰੱਖੇ ਆਪਣੇ ਕੋਲ। ਤੁਸੀਂ ਇਤਿਹਾਸ ਦੇ ਵਿੱਚ ਬਚਨ ਸਰਵਣ ਕਰਦੇ ਹੋ, ਧੰਨ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਔਰ ਧੰਨ ਗੁਰੂ ਅੰਗਦ ਦੇਵ ਮਹਾਰਾਜ ਜੀ ਖਡੂਰ ਸਾਹਿਬ ਦੀ ਧਰਤੀ ਤੇ ਗੁਰਦੁਆਰਾ ਸਾਹਿਬ ਬਣਿਆ ਮੱਲ ਅਖਾੜਾ ਸਾਹਿਬ। ਉੱਥੇ ਮਹਾਰਾਜ ਪਹਿਲਵਾਨਾਂ ਦੀਆਂ ਕੁਸ਼ਤੀਆਂ ਕਰਵਾਉਂਦੇ ਸਨ। ਉਸ ਧਰਤੀ ਨੂੰ ਅੱਜ ਵੀ ਵਾਰ ਹੈ, ਜਿਹੜਾ ਇਸ ਅਖਾੜੇ ਵਿੱਚ ਘੁਲ ਕੇ ਜਾਵੇਗਾ ਉਹ ਚੜ੍ਹਦੀ ਕਲਾ ਨੂੰ ਪ੍ਰਾਪਤ ਹੋਵੇਗਾ। ਵੱਡੇ ਵੱਡੇ ਪਹਿਲਵਾਨ ਉਸ ਧਰਤੀ ਦੀ ਮਿੱਟੀ ਨੂੰ ਅੱਜ ਵੀ ਮੱਥੇ ਲਾਉਂਦੇ। ਤੇ ਕੱਲੀ ਮਹਾਰਾਜ ਕੁਸ਼ਤੀ ਨਹੀਂ ਸਿਖਾਉਂਦੇ, ਇੱਥੇ ਮਹਾਰਾਜ ਨਾਲ ਗੱਤਕੇ ਦੀ ਵਿਦਿਆ ਵੀ ਸਿਖਾਉਂਦੇ, ਸ਼ਸਤਰ ਚਲਾਉਣ ਦੀ ਵਿਦਿਆ ਵੀ ਗੁਰੂ ਅਮਰਦਾਸ ਸਿਖਾਉਂਦੇ ਸਨ। ਸਾਡਾ ਇਤਿਹਾਸ ਸ਼ਸਤਰਾਂ ਦੇ ਨਾਲ ਕੱਲਾ 10ਵੇਂ ਪਾਤਸ਼ਾਹ ਜਾਂ 6ਵੇਂ ਪਾਤਸ਼ਾਹ ਤੋਂ ਨਹੀਂ ਜੁੜਿਆ। ਵੱਡੇ ਗੁਰੂ ਸਾਹਿਬਾਨ ਗੁਰੂ ਅੰਗਦ ਦੇਵ ਪਾਤਸ਼ਾਹ, ਗੁਰੂ ਅਮਰਦਾਸ ਪਾਤਸ਼ਾਹ ਨੇ ਇਹ ਰੀਤੀ ਕਾਇਮ ਰੱਖੀ ਹੈ। ਇਤਿਹਾਸ ਦੇ ਵਿੱਚ ਬਚਨ ਆਉਂਦਾ ਹੈ, ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਵੀ ਸ਼ਾਸਤਰ ਧਾਰੀ ਔਰ ਬੜੇ ਵੱਡੇ ਘੋੜ ਸਵਾਰ ਸਨ ਮਹਾਰਾਜ ਸਾਹਿਬ ਜੀ। ਆਪਾਂ ਆਖਦੇ ਨੇ ਨਾ ਮਹਾਰਾਜ ਸ਼ਾਂਤੀ ਦੀ ਮੂਰਤ। ਸਾਨੂੰ ਇਤਿਹਾਸ ਦਾ ਪਤਾ ਨਹੀਂ ਹੈ। ਇਤਿਹਾਸ ਦਾ ਇੱਕ ਬਚਨ ਆਉਂਦਾ ਹੈ ਕਿ ਜਦੋਂ ਮਹਾਰਾਜ ਜੀ ਮਾਓ ਪਿੰਡ ਦੇ ਵਿੱਚ ਬਰਾਤ ਲੈ ਕੇ ਗਏ ਤੇ ਪਿੰਡ ਵਾਲਿਆਂ ਨੇ ਆਖਿਆ ਵੀ ਕਿੱਲਾ ਪਟਣਾ ਪੈਣਾ। ਇਤਿਹਾਸ ਆਪਾਂ ਕਈ ਵਾਰੀ ਸਰਵਣ ਕੀਤਾ। ਆਪਣੇ ਵਿੱਚੋਂ ਕੋਈ ਬੰਦਾ ਪਹਿਲੇ ਦਿਨ ਘੋੜੇ ਤੇ ਚੜ ਜਾਵੇ ਤੇ ਆਪਾਂ ਉਹਨੂੰ ਕਹੀਏ ਵੀ ਆ ਬਰਸ਼ਾ ਹੱਥ ਵਿੱਚ ਫੜ ਤੇ ਉਹ ਕਿੱਲਾ ਗੱਡਿਆ, ਉਹ ਤੇ ਨਿਸ਼ਾਨਾ ਲਾ ਕੇ ਵਿਖਾ, ਆਪਣੇ ਤੋਂ ਲੱਗਣਾ ਨਹੀਂ। ਪਹਿਲੀ ਤੇ ਗੱਲ ਹੈ ਸਾਡੇ ਕੋਲੋਂ ਬਰਸ਼ਾ ਹੀ ਡਿੱਗ ਪੈਣਾ, ਨਾ ਸਾਡੇ ਕੋਲੋਂ ਘੋੜਾ ਚੱਲਣਾ। ਆਪਾਂ ਅਨੰਦਪੁਰ ਸਾਹਿਬ ਹੋਲੇ ਮਹੱਲੇ ਤੇ ਜਾਂਦੇ ਆ, ਕਿੱਲੇ ਨੂੰ ਉਹ ਨਿਹੰਗ ਸਿੰਘ ਪੱਟਦੇ ਨੇ ਜਿਨ੍ਹਾਂ ਦਾ ਪੂਰਾ ਅਭਿਆਸ ਹੈ, ਜਿਨ੍ਹਾਂ ਨੂੰ ਘੋੜਾ ਚਲਾਉਣਾ ਆਉਂਦਾ, ਘੋੜੇ ਤੇ ਚੜ ਕੇ ਸ਼ਸਤਰ ਚਲਾਉਣਾ ਆਉਂਦਾ। ਕਿੱਲਾ ਉਹੀ ਪੱਟ ਸਕਦੇ। ਘੋੜਾ ਇੰਨੀ ਸਪੀਡ ਵਿੱਚ ਦੌੜਦਾ ਵੀ ਨਿਸ਼ਾਨਾ ਲਾਉਣਾ ਬੜਾ ਔਖਾ। ਵੇਖਣਾ ਤੇ ਆਪਾਂ ਨੂੰ ਸੌਖਾ ਲੱਗਦਾ, ਪਰ ਘੋੜਾ ਭੱਜਦਾ, ਬੰਦਾ ਹਿੱਲਦਾ। ਇੰਨੀ ਭੱਜ ਦੌੜ ਦੇ ਵਿੱਚ ਕਿੱਲੇ ਦੇ ਵਿੱਚ ਬਰਸ਼ਾ ਮਾਰ ਕੇ ਉਹਨੂੰ ਪਟਣਾ ਨਿੱਕੀ ਜੀ ਗੱਲ ਨਹੀਂ ਹੈ, ਅਭਿਆਸ ਦੀ ਲੋੜ ਹੈ। ਹੁਣ ਪਿੰਡ ਵਾਲਿਆਂ ਨੇ ਆਖਿਆ ਵੀ ਮਹਾਰਾਜ ਕਿੱਲਾ ਪਟੋ, ਤੇ ਮਹਾਰਾਜ ਘੋੜੇ ਤੇ ਚੜੇ ਤੇ ਘੋੜਾ ਭਜਾ ਕੇ ਮਹਾਰਾਜ ਨੇ ਕਿੱਲਾ ਪਟਿਆ। ਤੇ ਉਹ ਮਹਾਰਾਜ ਪਹਿਲੇ ਦਿਨ ਥੋੜੀ ਘੋੜੇ ਤੇ ਚੜੇ ਸਨ, ਜਾਂ ਪਹਿਲੇ ਦਿਨ ਹੀ ਥੋੜੀ ਮਹਾਰਾਜ ਨੇ ਬਰਸ਼ਾ ਚਲਾਇਆ। ਸਤਿਗੁਰੂ ਸ਼ਸਤਰ ਚਲਾਉਣਾ ਜਾਣਦੇ ਸਨ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ। ਮਹਾਰਾਜ ਸ਼ਸਤਰ ਨੂੰ ਚਲਾਉਣ ਦੀ ਵਿਦਿਆ ਸੀ ਸਤਿਗੁਰਾਂ ਦੇ ਕੋਲ। ਘੋੜਾ ਕਿਵੇਂ ਚਲਾਉਣਾ, ਬਰਸ਼ਾ ਕਿਵੇਂ ਚਲਾਉਣਾ, ਤਾਂ ਹੀ ਉਹਨਾਂ ਨੇ ਕਿੱਲਾ ਪਟਿਆ। ਗੱਲਾਂ ਨਾਲ ਕੁਝ ਨਹੀਂ ਹੋਇਆ। ਇਤਿਹਾਸ ਇੱਥੇ ਹੀ ਖਲੋਂਦਾ ਨਹੀਂ ਹੈ, ਇਸ ਤੋਂ ਵੀ ਅੱਗੇ ਚੱਲਦਾ। ਸਤਿਗੁਰਾਂ ਨੇ ਵਿਆਹ ਕਰਵਾਇਆ ਮਾਤਾ ਗੰਗਾ ਜੀ ਦੇ ਨਾਲ, ਤੇ ਸਾਹਿਬਜ਼ਾਦੇ ਗੁਰੂ ਹਰਗੋਬਿੰਦ ਪਾਤਸ਼ਾਹ ਦਾ ਅਵਤਾਰ ਹੋਇਆ। ਗੁਰੂ ਹਰਗੋਬਿੰਦ ਮਹਾਰਾਜ ਜੀਆਂ ਨੂੰ ਜਿਹੜੀ ਸ਼ਸਤਰ ਵਿਦਿਆ ਬਚਪਨ ਦੇ ਵਿੱਚ ਹੈ ਨਾ, ਮਾਤਾ ਗੰਗਾ ਜੀ ਨੇ ਸਿਖਾਈ ਹੈ। ਮਾਤਾ ਗੰਗਾ ਜੀ ਆਪ ਵੀ ਸ਼ਸਤਰ ਚਲਾਉਣਾ ਜਾਣਦੇ ਸਨ। ਸੋਟੀ ਦਾ ਵਾਰ, ਤਲਵਾਰ ਦਾ ਵਾਰ ਆਪ ਵੀ ਮਾਤਾ ਗੰਗਾ ਜੀ ਕਰ ਲੈਂਦੇ ਸਨ। ਇਹ ਵਿਦਿਆ ਉਹਨਾਂ ਨੇ ਵੀ ਸਿੱਖੀ ਹੋਈ ਹੈ। ਔਰ ਬਚਪਨ ਦੇ ਵਿੱਚ ਆਪਣੇ ਪੁੱਤਰ ਧੰਨ ਗੁਰੂ ਹਰਗੋਬਿੰਦ ਪਾਤਸ਼ਾਹ ਨੂੰ ਉਹਨਾਂ ਨੇ ਇਹ ਵਿਦਿਆ ਆਪ ਸਿਖਾਈ, ਤੇ ਬਾਅਦ ਵਿੱਚ ਇਹੋ ਹੀ ਵਿਦਿਆ ਬਾਬਾ ਬੁੱਢਾ ਸਾਹਿਬ ਨੇ ਸਿਖਾਈ ਹੈ। ਇਤਿਹਾਸ ਨੂੰ ਤੁਸੀਂ ਪੜ੍ਹੋਗੇ ਨਾ ਵੀ ਗੁਰੂ ਗੋਬਿੰਦ ਸਿੰਘ ਨੇ, ਗੁਰੂ ਹਰਗੋਬਿੰਦ ਮਹਾਰਾਜ ਨੇ ਸ਼ਸਤਰ ਵਿਦਿਆ ਕਿੱਥੋਂ ਸਿੱਖੀ ਹੈ, ਤੇ ਬਾਬਾ ਬੁੱਢਾ ਸਾਹਿਬ ਦਾ ਨਾਮ ਆਵੇਗਾ। ਆਪਾਂ ਕੇਵਲ ਬਾਬਾ ਬੁੱਢਾ ਸਾਹਿਬ ਨੂੰ ਸਾਧੂ ਹੀ ਸਮਝ ਲੈਂਦੇ ਵੀ ਉਹ ਤੇ ਸਾਧੂ ਸੀ, ਖੇਤਾਂ ਨੂੰ ਪਾਣੀ ਲਾਉਂਦੇ ਰਹੇ, ਮੱਝਾਂ ਚਾਰਦੇ ਰਹੇ, ਗੁਰੂ ਦੀ ਸੇਵਾ ਕਰਦੇ ਰਹੇ, ਪਰ ਨਾਲ ਨਾਲ ਉਹ ਸ਼ਾਸਤਰਾਂ ਦਾ ਵੀ ਅਭਿਆਸ ਕਰਦੇ, ਸ਼ਸਤਰ ਚਲਾਉਣਾ ਜਾਣਦੇ। ਜੇ ਉਹ ਆਪ ਜਾਣਦੇ ਸਨ ਤੇ ਤਾਂ ਹੀ ਉਹਨਾਂ ਨੇ ਵਿਦਿਆ ਗੁਰੂ ਹਰਗੋਬਿੰਦ ਮਹਾਰਾਜ ਨੂੰ ਦਿੱਤੀ ਹੈ। ਗੁਰੂ ਹਰਗੋਬਿੰਦ ਪਾਤਸ਼ਾਹ ਨੂੰ ਵਿਦਿਆ ਦੇਣ ਵਾਲੇ ਬਾਬਾ ਬੁੱਢਾ ਸਾਹਿਬ ਜੀ। ਔਰ ਫਿਰ ਗੁਰੂ ਹਰਗੋਬਿੰਦ ਪਾਤਸ਼ਾਹ ਨੇ ਤੇ ਬਚਨ ਨੰਗਾ ਹੀ ਕਹਿ ਦਿੱਤਾ, ਪ੍ਰਤੱਖ ਹੀ ਕਹਿ ਦਿੱਤਾ ਵੀ ਜਿਹਨੇ ਸਾਡੇ ਦਰਸ਼ਨ ਕਰਨੇ ਨੇ ਉਹ ਸਾਡੇ ਵਾਸਤੇ ਜਾਂ ਘੋੜਾ ਲੈ ਕੇ ਆਵੇ ਜਾਂ ਤਲਵਾਰ ਲੈ ਕੇ ਆਵੇ, ਅਸੀਂ ਉਹ ਤੇ ਖੁਸ਼ੀ ਕਰਾਂਗੇ। ਇਸੇ ਤਰ੍ਹਾਂ 7ਵੇਂ ਪਾਤਸ਼ਾਹ ਨੇ ਵੀ ਘੋੜ ਸਵਾਰ ਰੱਖੇ। 8ਵੇਂ ਪਾਤਸ਼ਾਹ ਜੀ ਛੋਟੀ ਉਮਰਾਂ ਵਿੱਚ ਸੱਚਖੰਡ ਚਲੇ ਗਏ, ਤੇ 9ਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਮਹਾਰਾਜ ਜੀਆਂ ਨੇ ਕਰਤਾਰਪੁਰ ਸਾਹਿਬ ਦਾ ਜਿਹੜਾ ਜੰਗ ਹੋਇਆ ਉਹਦੇ ਵਿੱਚ ਆਪ ਜਾ ਕੇ ਤਲਵਾਰ ਚਲਾਈ ਹੈ। ਤੇਗ ਬਹਾਦਰ ਐਵੇਂ ਨਹੀਂ ਆਖਿਆ ਜਾਂਦਾ। ਭਾਵ ਇਹ ਹੈ ਵੀ ਗੁਰੂ ਤੇਗ ਬਹਾਦਰ ਪਾਤਸ਼ਾਹ ਵੀ ਸ਼ਸਤਰ ਚਲਾਉਣਾ ਜਾਣਦੇ। ਔਰ ਗੁਰਮੁਖੋ ਇੱਥੋਂ ਫਿਰ ਅੱਗੇ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਤਖਤ ਤੇ ਬੈਠੇ। ਉਹਨਾਂ ਨੇ ਤੇ ਫਿਰ ਕਈ ਜੰਗ ਕੀਤੇ, ਔਰ ਨਾਲੇ ਅੰਮ੍ਰਿਤ ਛਕਾ ਕੇ ਇਹ ਬਚਨ ਕਰ ਦਿੱਤਾ ਵੀ ਸਾਡਾ ਕੋਈ ਵੀ ਅੰਮ੍ਰਿਤਧਾਰੀ ਸਿੱਖ ਸ਼ਸਤਰ ਤੋਂ ਬਿਨਾਂ ਨਹੀਂ ਰਹੇਗਾ। ਆਪਣੇ ਗਲ ਦੇ ਵਿੱਚ ਗਾਤਰੇ ਵਾਲੀ ਸਰੀਸਾ ਪਾ ਕੇ ਰੱਖੇ। ਜੇ ਇਸ ਤੋਂ ਵੱਧ ਕੋਈ ਸ਼ਸਤਰ ਲੈ ਸਕਦਾ
ਮੰਨ ਲਓ ਕੋਈ ਵੱਡੀ ਕਿਰਪਾਨ ਪਾ ਸਕਦਾ, ਕੋਈ ਬਰਛਾ ਲੈ ਸਕਦਾ, ਕੋਈ ਬੰਦੂਕ ਲੈ ਸਕਦਾ, ਉਹ ਫਿਰ ਆਪੋ ਆਪਣੀ ਸਮਰੱਥਾ ਹੈ ਵੀ ਕਿੰਨਾ ਕੋਈ ਕਰ ਸਕਦਾ। ਇਹ ਹੁਕਮ ਸਾਡੇ ਗੁਰੂ ਦਾ ਹੈ ਔਰ ਸ਼ੁਰੂ ਤੋਂ ਹੀ ਗੁਰੂ ਪਾਤਸ਼ਾਹ ਨੇ ਇਹ ਵਿਦਿਆ ਸਾਨੂੰ ਬਖਸ਼ੀ ਹੈ ਔਰ ਇਹ ਕਿਸੇ ਬੰਦੇ ਦੀ ਦਿੱਤੀ ਹੋਈ ਵਿਦਿਆ ਜਾਂ ਕਿਸੇ ਬੰਦੇ ਦਾ ਦਿੱਤਾ ਹੋਇਆ ਹੁਕਮ ਨਹੀਂ ਹੈ। ਪਿਛਲੇ ਕੁਝ ਦਿਨਾਂ ਤੋਂ ਤਖਤ ਸਾਹਿਬ ਤੋਂ ਇਹ ਐਲਾਨ ਹੋਇਆ, ਸਿੰਘ ਸਾਹਿਬ ਨੇ ਐਲਾਨ ਕੀਤਾ ਵੀ ਸਿੱਖ ਕੌਮ ਆਪਣੇ ਕੋਲ ਸ਼ਸਤਰ ਰੱਖੇ। ਬਹੁਤ ਲੋਕਾਂ ਨੇ ਇਸ ਗੱਲ ਦਾ ਵਿਰੋਧ ਵੀ ਕੀਤਾ, ਕਹਿਣ ਲੱਗੇ ਜੀ ਪੜ੍ਹਾਈਆਂ ਹੋਣੀਆਂ ਚਾਹੀਦੀਆਂ, ਪੜ੍ਹਾਈ ਦੇ ਨਾਲ ਵੱਡੀ ਨੌਕਰੀ ਮਿਲ ਜਾਂਦੀ ਹੈ, ਪੜ੍ਹਾਈ ਦੇ ਨਾਲ ਕਾਨੂੰਨ ਵੱਸ ਵਿੱਚ ਆ ਜਾਂਦਾ, ਬੰਦਾ ਜਿਹੜੇ ਮਰਜ਼ੀ ਫੈਸਲੇ ਕਰ ਲਵੇ। ਪਰ ਗੁਰਮੁਖੋ ਸਾਰੇ ਥਾਵਾਂ ਤੇ ਪੜ੍ਹਾਈ ਵੀ ਨਹੀਂ ਜੇ ਕੰਮ ਆਉਂਦੀ। ਜਦੋਂ ਦਿੱਲੀ ਦੇ ਵਿੱਚ ਦੰਗੇ ਹੋਏ, ਗਿਆਨੀ ਜੈਲ ਸਿੰਘ ਵਰਗਿਆਂ ਨੇ, ਮਨਮੋਹਨ ਸਿੰਘ ਵਰਗਿਆਂ ਨੇ, ਕਿੱਡੀਆਂ ਵੱਡੀਆਂ ਪਦਵੀਆਂ ਸਨ, ਸਮੇਂ ਦੇ ਮਿਨਿਸਟਰ ਸਨ ਉਸ ਵੇਲੇ ਦੇ, ਨਾ ਉੱਥੇ ਪੜ੍ਹਾਈ ਕੰਮ ਆਈ, ਨਾ ਉੱਥੇ ਕੁਰਸੀ ਕੰਮ ਆਈ, ਨਾ ਉੱਥੇ ਰੁਤਬਾ ਕੰਮ ਆਇਆ। ਹਿੰਦੂ ਪਰਿਵਾਰਾਂ ਦੇ ਘਰਾਂ ਵਿੱਚ ਲੁਕ ਕੇ ਆਪਣੀ ਜਾਨ ਬਚਾਈ। ਜੇ ਆਪਾਂ ਇਕੱਲਾ ਇਹ ਕਹਿ ਦਈਏ ਨਾ ਵੀ ਬਹੁਤੀ ਪੜ੍ਹਾਈ ਕਰਕੇ ਆਪਾਂ ਵੱਡੀ ਕੁਰਸੀ, ਵੱਡੇ ਅਫਸਰ ਬਣ ਜਾਈਏ ਤੇ ਸ਼ਸਤਰਾਂ ਦੀ ਲੋੜ ਨਹੀਂ ਹੈ, ਤੇ ਫਿਰ ਇਹ ਸਾਡੇ ਸਾਹਮਣੇ ਇਹਨਾਂ ਦਾ ਜੀਵਨ ਤੁਸੀਂ ਪੜ੍ਹ ਕੇ ਵੇਖ ਸਕਦੇ ਹੋ। ਕਿਤੇੋਂ ਵੀ ਕਿਤਾਬ ਲਿਆ ਕੇ, ਬਚਨ ਕੋਈ ਝੂਠਾ ਨਹੀਂ ਹੈ। ਜਦੋਂ ਬਚਨ ਪੜ੍ਹੋਗੇ ਇਹ ਇਤਿਹਾਸ ਵਿੱਚ ਬਚਨ ਆਵੇਗਾ ਵੀ ਇਹ ਦੋ ਵੱਡੇ ਸਿੱਖ ਸਨ ਉਸ ਵੇਲੇ ਦੇ ਸਮੇਂ ਦੀ ਸਰਕਾਰ ਦੇ ਵਿੱਚ, ਪਰ ਇਹਨਾਂ ਨੇ ਜਾਨ ਆਪਣੀ ਲੋਕੇ ਕਿਸੇ ਘਰੇ ਬਚਾਈ ਹੈ। ਨਾ ਉੱਥੇ ਅਹੁਦਾ ਕੰਮ ਆਇਆ, ਨਾ ਪਦਵੀ ਕੰਮ ਆਈ, ਨਾ ਪੜ੍ਹਾਈ ਕੰਮ ਆਈ, ਨਾ ਡਿਗਰੀਆਂ ਕੰਮ ਆਈਆਂ। ਪੜ੍ਹਾਈ ਕਰਨੀ ਜ਼ਰੂਰੀ ਹੈ, ਪੜ੍ਹਾਈ ਵੱਧ ਤੋਂ ਵੱਧ ਕਰੋ, ਡਿਗਰੀ ਪ੍ਰਾਪਤ ਕਰੋ, ਰੁਤਬਾ ਪ੍ਰਾਪਤ ਕਰੋ, ਕੁਰਸੀ ਪ੍ਰਾਪਤ ਕਰੋ, ਮੁਬਾਰਕ ਹੈ। ਇਹਨਾਂ ਚੀਜ਼ਾਂ ਤੋਂ ਆਪਾਂ ਪਿੱਛੇ ਨਹੀਂ ਹਟਣਾ, ਪਰ ਉਹਦੇ ਨਾਲ ਨਾਲ ਸ਼ਸਤਰ ਵੀ ਜ਼ਰੂਰ ਰੱਖਣਾ ਹੈ ਆਤਮ ਰੱਖਿਆ ਵਾਸਤੇ। ਆਪਾਂ ਕਿਹੜਾ ਸ਼ਸਤਰ ਚੁੱਕ ਕੇ ਕਿਸੇ ਨੂੰ ਮਾਰਨ ਚੱਲੇ ਆ, ਨਾ ਆਪਾਂ ਕਿਸੇ ਨੂੰ ਲੁੱਟਣ ਚੱਲੇ ਆ, ਨਾ ਆਪਾਂ ਕਿਸੇ ਨੂੰ ਲੁੱਟਣਾ ਨਾ ਮਾਰਨਾ। ਇਹ ਆਪਣੀ ਰੱਖਿਆ ਵਾਸਤੇ ਹੈ, ਆਪਣੀ ਇੱਜ਼ਤ ਬਚਾਉਣ ਵਾਸਤੇ ਹੈ। ਸਿੰਘ ਸਾਹਿਬ ਦੇ ਬਿਆਨ ਤੋਂ ਇਹ ਭਾਵ ਸੀ ਵੀ ਆਤਮ ਰੱਖਿਆ ਵਾਸਤੇ ਤਿਆਰ ਹੋ ਜਾਓ। ਹੁਣ ਆਪਾਂ ਸੋਸ਼ਲ ਮੀਡੀਆ ਤੇ ਕਈ ਵੀਡੀਓ ਦੇਖਦੇ ਹਾਂ, ਫਲਾਣੀ ਥਾਂ ਤੇ ਕੋਈ ਸਿੱਖ ਕੁੱਟਿਆ ਗਿਆ, ਕਿਸੇ ਦੀ ਪੱਗ ਲਾਹ ਦਿੱਤੀ, ਕਿਸੇ ਦੇ ਕੇਸ ਕੱਟ ਦਿੱਤੇ, ਬਾਅਦ ਵਿੱਚ ਮਾਫੀ ਮੰਗ ਲਈ। ਇੱਕ ਵਾਰੀ ਬੇਇੱਜ਼ਤੀ ਕਰਕੇ ਮੁੜ ਕੇ ਮਾਫੀ ਮੰਗਣ ਨਾਲ ਕੀ ਹੋ ਜਾਂਦਾ? ਤੇ ਜੇ ਸਾਡੇ ਕੋਲ ਮੰਨ ਲਓ ਸ਼ਸਤਰ ਹੋਵੇ, ਅਸੀਂ ਉਸ ਸਮੇਂ ਉਸ ਸਥਿਤੀ ਦੇ ਨਾਲ ਨਜਿੱਠ ਸਕਦੇ ਹਾਂ, ਆਪਣੇ ਆਪ ਨੂੰ ਬਚਾ ਵੀ ਸਕਦੇ ਹਾਂ, ਆਪਣੀ ਰੱਖਿਆ ਵੀ ਕਰ ਸਕਦੇ ਔਰ ਪਰਿਵਾਰ ਦੀ ਵੀ ਰੱਖਿਆ ਕਰ ਸਕਦੇ। ਇਹ ਸ਼ਸਤਰ ਰੱਖਣ ਦਾ ਹੁਕਮ ਕਿਸੇ ਸਿੰਘ ਸਾਹਿਬ ਦਾ ਨਹੀਂ ਹੈ ਵੀ ਆਪਾਂ ਉਹਨਾਂ ਦਾ ਵਿਰੋਧ ਕਰੀਏ। ਇਹ ਸ਼ਸਤਰ ਰੱਖਣ ਦਾ ਹੁਕਮ ਧੰਨ ਗੁਰੂ ਹਰਗੋਬਿੰਦ ਮਹਾਰਾਜ ਜੀ ਦਾ ਹੈ। ਇਹ ਸ਼ਸਤਰ ਰੱਖਣ ਦਾ ਹੁਕਮ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਦਾ ਹੈ। ਸ਼ਸਤਰ ਰੱਖ ਕੇ ਕਿਸੇ ਨੂੰ ਲੁੱਟਣਾ ਨਹੀਂ, ਕਿਸੇ ਨਾਲ ਧੱਕਾ ਨਹੀਂ ਕਰਨਾ, ਕਿਸੇ ਦੇ ਉੱਪਰ ਆਪਣੀ ਬਦਮਾਸ਼ੀ ਨਹੀਂ ਝਾੜਨੀ, ਪਰ ਆਪਣੀ ਰੱਖਿਆ ਵਾਸਤੇ ਕੋਈ ਆਪਣੇ ਕੋਲ ਸ੍ਰੀ ਸਾਹਿਬ ਰੱਖ ਸਕਦਾ, ਕੋਈ ਬਰਛਾ ਰੱਖ ਸਕਦਾ, ਕੋਈ ਬੰਦੂਕ ਵੀ ਲਿਆ ਸਕਦਾ, ਤੇ ਜਿਹਦੇ ਕੋਲ ਸਮਰੱਥਾ ਹੈ ਉਹ ਭਾਈ ਪਿਸਟਲ ਵੀ ਲਿਆ ਸਕਦਾ ਹੈ ਆਪਣੀ ਰੱਖਿਆ ਵਾਸਤੇ। ਇਹ ਮਹਾਰਾਜ ਦਾ ਸਾਨੂੰ ਹੁਕਮ ਹੈ। ਸੋ ਇੱਥੇ ਬਚਨ ਆ ਗਿਆ ਵੀ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਜਿੱਥੇ ਵਰ ਦਿੱਤਾ ਨਾ ਵੀ ਤੇਰੀ ਉਮਰਾਂ ਬੜੀ ਲੰਮੀ ਹੋਵੇਗੀ ਭਾਈ ਰਾਮ ਕੋਇਰ ਜੀ, ਔਰ ਤੁਸੀਂ ਸੱਚਖੰਡ ਨੂੰ ਪ੍ਰਾਪਤ ਹੋਵੋਗੇ, ਉੱਥੇ ਨਾਲ ਮਹਾਰਾਜ ਨੇ ਢਾਲ ਦਿੱਤੀ ਹੈ। ਤੇ ਢਾਲ ਇੱਕ ਸ਼ਸਤਰ ਹੈ ਆਪਣਾ ਬਚਾਅ ਕਰਨ ਵਾਸਤੇ। ਇੱਕ ਚੌੜਾ ਤਵਾ ਬਣਿਆ ਹੁੰਦਾ, ਜੇ ਤੁਹਾਡੇ ਉੱਪਰ ਕੋਈ ਇੱਟ ਮਾਰਦਾ ਜਾਂ ਤਲਵਾਰ ਕੋਈ ਚੀਜ਼ ਚਲਾਉਂਦਾ, ਤੁਸੀਂ ਆਪਣੇ ਅੱਗੇ ਕਰਕੇ ਤੇ ਆਪਣੇ ਆਪ ਨੂੰ ਬਚਾ ਸਕਦੇ। ਇਹ ਮਹਾਰਾਜ ਨੇ ਢਾਲ ਦਿੱਤੀ। ਇੱਕ ਮਹਾਰਾਜ ਨੇ ਕਟਾਰ ਦਿੱਤੀ, ਕਮਰ ਕੱਸੇ ਵਿੱਚ ਲਾਉਣ ਵਾਲਾ ਇੱਕ ਛੋਟਾ ਜਿਹਾ ਸ਼ਸਤਰ ਹੁੰਦਾ ਹੈ, ਜਿਹੜਾ ਕਮਰ ਕੱਸੇ ਲੱਗ ਜਾਂਦਾ, ਦੁਸ਼ਮਣ ਨੇੜੇ ਆ ਜਾਵੇ ਤੇ ਉਹਦਾ ਵਾਰ ਵੱਖੀ ਵਿੱਚ ਕੀਤਾ ਜਾ ਸਕਦਾ। ਇੱਕ ਕਟਾਰ ਦਿੱਤੀ ਮਹਾਰਾਜ ਨੇ, ਤੇ ਇੱਕ ਫਿਰ ਮਹਾਰਾਜ ਨੇ ਛੋਟੀ ਸ੍ਰੀ ਸਾਹਿਬ ਦਿੱਤੀ। ਇਹ ਤਿੰਨ ਵਸਤੂਆਂ। ਹੁਣ ਭਾਈ ਰਾਮ ਕੋਇਰ ਜੀ ਹੈਨ ਪੂਰੇ ਸਾਧੂ ਬ੍ਰਹਮ ਗਿਆਨੀ, ਔਰ ਸਾਰੀ ਉਮਰ ਉਹਨਾਂ ਨੇ ਜੰਗ ਕੋਈ ਨਹੀਂ ਕੀਤਾ, ਸਾਰੀ ਉਮਰ ਉਹਨਾਂ ਨੇ ਬੰਦਗੀ ਕੀਤੀ, ਨਾਮ ਜਪਿਆ। ਪਰ ਗੁਰੂ ਪਾਤਸ਼ਾਹ ਨੇ ਇਹ ਤਿੰਨ ਸ਼ਸਤਰ ਉਹਨਾਂ ਨੂੰ ਬਖਸ਼ੇ। ਇਹ ਸਾਡੇ ਗੁਰੂ ਦੀਆਂ ਦਾਤਾਂ ਨੇ ਜੋ ਗੁਰੂ ਨੇ ਸਿੱਖਾਂ ਨੂੰ ਬਖਸ਼ੀਆਂ। ਤੇ ਇਤਿਹਾਸ ਵਿੱਚ ਬਚਨ ਹੋਰ ਵੀ ਅੱਗੇ ਆਉਂਦਾ ਹੈ, ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਜਿਸ ਵੇਲੇ ਹਜੂਰ ਸਾਹਿਬ ਦੀ ਧਰਤੀ ਤੇ ਗੁਰਮੁਖ ਹੋ ਗਏ ਨਾ, ਤੇ ਉੱਥੋਂ ਫਿਰ ਬੰਦਾ ਸਿੰਘ ਬਹਾਦਰ ਨੂੰ ਮਹਾਰਾਜ ਨੇ ਭੇਜਿਆ। ਤੇ ਕਿਵੇਂ ਭੇਜਿਆ? ਉਹ ਇਤਿਹਾਸ ਆਪਾਂ ਸਰਵਣ ਕੀਤਾ ਵੀ ਉੱਥੇ ਵੀ ਮਹਾਰਾਜ ਨੇ 5 ਤੀਰ ਬਖਸ਼ੇ। ਤੇ ਤੀਰ ਵੀ ਤੇ ਸ਼ਸਤਰ ਹੀ ਹੈ ਨਾ, ਆਪਣੀ ਰੱਖਿਆ ਵਾਸਤੇ, ਦੁਸ਼ਮਣ ਨੂੰ ਮਾਰਨ ਵਾਸਤੇ।
ਜੇ ਉਥੋਂ ਵੀ ਕੋਈ ਸਿੱਖ ਤੋਰਿਆ ਤੇ ਉਹਨੂੰ ਵੀ ਮਹਾਰਾਜ ਨੇ 5 ਤੀਰ ਦੇ ਕੇ, ਤੇ ਸਿੱਖਾਂ ਨੇ ਬੇਨਤੀ ਕੀਤੀ ਮਹਾਰਾਜ ਸਾਡੇ ਵਾਸਤੇ ਆਪ ਜੀ ਕਿਰਪਾ ਕਰੋ। ਮਹਾਰਾਜ ਨੇ ਦੇਗ ਤੇ ਤੇਗ ਦੋਨੇ ਸੇਵਾਵਾਂ ਫਿਰ ਖਾਲਸੇ ਦੀ ਝੋਲੀ ਪਾ ਦਿੱਤੀਆਂ। ਇਹ ਤੇਗ ਸਾਨੂੰ 10ਵੇਂ ਪਾਤਸ਼ਾਹ ਨੇ ਬਖਸ਼ਿਸ਼ ਕੀਤੀ ਹੈ, ਤੇ ਦੇ ਕਹਿ ਲਈਏ ਵੀ ਲੰਗਰ ਪ੍ਰਸ਼ਾਦਾ ਜੋ ਗੁਰੂ ਘਰਾਂ ਵਿੱਚ ਚੱਲਦਾ, ਥਾਵਾਂ ਥਾਵਾਂ ਤੇ ਸੰਗਤਾਂ ਲੰਗਰ ਲਾਉਂਦੀਆਂ, ਵਰਤਾਉਂਦੀਆਂ, ਬਣਾਉਂਦੀਆਂ, ਛਕਦੀਆਂ, ਇਹ ਸਾਰੇ ਭੰਡਾਰੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਪਣੀ ਸੰਗਤ ਨੂੰ, ਆਪਣੇ ਸਿੱਖਾਂ ਨੂੰ ਬਖਸ਼ੇ। ਇਹ ਇਤਿਹਾਸ ਦੇ ਬਚਨ ਨੇ ਜਿਹੜੇ ਆਪਾਂ ਸਰਵਣ ਕਰਦੇ ਪਏ। ਇਹ ਕੋਈ ਅਤ ਕਥਨੀ ਜਾਂ ਮੈਂ ਆਪਣੇ ਕੋਲੋਂ ਗੱਲ ਬਣਾ ਕੇ ਨਹੀਂ ਕੋਈ ਤੁਹਾਨੂੰ ਦੱਸਦਾ ਪਿਆ। ਜਦੋਂ ਤੁਸੀਂ ਇਹਨਾਂ ਗੁਰਸਿੱਖਾਂ ਦਾ ਇਤਿਹਾਸ ਪੜ੍ਹੋਗੇ ਨਾ, ਜਿਨ੍ਹਾਂ ਦਾ ਆਪਾਂ ਨਾਂ ਲਏ ਨੇ, ਉਹਦੇ ਵਿੱਚ ਇਹ ਸਾਰੇ ਬਚਨ ਤੁਹਾਨੂੰ ਮਿਲ ਜਾਣਗੇ ਵੀ ਸਾਡੇ ਗੁਰੂਆਂ ਨੇ ਆਪਣੇ ਸਿੱਖਾਂ ਨੂੰ ਇਸ ਤਰ੍ਹਾਂ ਸ਼ਸਤਰਾਂ ਦੇ ਨਾਲ ਨਿਵਾਜਿਆ ਹੈ ਔਰ ਸ਼ਸਤਰ ਬਖਸ਼ੇ ਨੇ ਆਪਣੀ ਇਹ ਬਚਨ ਬੜਾ ਜ਼ਰੂਰੀ ਮੈਂ ਤਾਂ ਕਰ ਰਿਹਾ ਹਾਂ। ਸ਼ਸਤਰ ਆਪਣੀ ਰੱਖਿਆ ਵਾਸਤੇ ਹੈ। ਇਹ ਨਹੀਂ ਵੀ ਆਪਾਂ ਰਾਹ ਜਾਂਦੇ ਨੂੰ ਐਵੇਂ ਕਿਸੇ ਦਾ ਜਾ ਕੇ ਨੁਕਸਾਨ ਕਰ ਦਈਏ। ਕਿਸੇ ਦਾ ਨੁਕਸਾਨ ਕਰਨ ਵਾਸਤੇ ਨਹੀਂ, ਜਾਂ ਕਿਸੇ ਨੂੰ ਲੁੱਟਣ ਵਾਸਤੇ ਨਹੀਂ, ਕੇਵਲ ਆਪਣਾ ਬਚਾਅ ਕਰਨ ਵਾਸਤੇ। ਜੇ ਕੋਈ ਗਊ ਗਰੀਬ ਨੂੰ ਤੰਗ ਕਰਦਾ, ਉਹਦੀ ਰੱਖਿਆ ਵਾਸਤੇ ਇਹ ਸ਼ਸਤਰ ਨੇ। ਔਰ ਇਹ ਸਾਡੇ ਗੁਰੂ ਦਾ ਹੁਕਮ ਹੈ। ਅੱਜ ਸੋਸ਼ਲ ਮੀਡੀਆ ਦਾ ਯੁੱਗ ਹੋਣ ਕਰਕੇ ਅਸੀਂ ਲੋਕਾਂ ਦੀਆਂ ਗੱਲਾਂ ਵਿੱਚ ਆ ਜਾਂਦੇ ਹਾਂ ਵੀ ਅੱਜ ਕੱਲ੍ਹ ਜੀ ਸ਼ਸਤਰ ਦੀ ਕੀ ਲੋੜ ਹੈ, ਅੱਜ ਤੇ ਤੋਪ ਆ ਗਈ ਹੈ, ਟੈਂਕ ਆ ਗਿਆ, ਜਹਾਜ਼ ਆ ਗਿਆ, ਇਹ ਆ ਗਿਆ, ਉਹ ਆ ਗਿਆ। ਜਦੋਂ ਤੁਹਾਡੇ ਤੇ ਮੁਸੀਬਤ ਆਵੇਗੀ ਨਾ, ਉਸ ਵੇਲੇ ਟੈਂਕ ਕੋਈ ਨਹੀਂ ਉੱਥੇ ਆਉਣਾ ਤੁਹਾਨੂੰ ਬਚਾਉਣ ਵਾਸਤੇ, ਨਾ ਕੋਈ ਜਹਾਜ਼ ਆ ਚੱਲਿਆ। ਇਹ ਤੇ ਰਾਜਿਆਂ ਦੀਆਂ ਜੰਗਾਂ ਵਿੱਚ ਵਰਤੇ ਜਾਂਦੇ। ਜਦੋਂ ਰਾਜੇ ਲੜਦੇ ਨਾ ਆਪਸ ਵਿੱਚ, ਦੇਸ਼ ਲੜਦੇ, ਉਦੋਂ ਟੈਂਕ, ਜਹਾਜ਼, ਤੋਪਾਂ ਚੱਲਦੀਆਂ। ਜਦੋਂ ਵੇਖਿਆ ਵੀ ਕਿਸੇ ਬੰਦੇ ਦੀ ਰੱਖਿਆ ਵਾਸਤੇ ਕੋਈ ਟੈਂਕ ਖੜਾ ਕਰ ਦਿੱਤਾ ਹੋਵੇ, ਲਿਆ ਆਪਣੀ ਰੱਖਿਆ ਮੌਕੇ ਤੇ ਆਪ ਹੀ ਕਰਨੀ ਪੈਣੀ ਹੈ। ਅੱਜ ਕਹਿੰਦੇ ਵੀ ਕਾਨੂੰਨ ਹੈ, ਅਦਾਲਤਾਂ ਨੇ, ਵਕੀਲ ਨੇ, ਜਾਂ ਪੁਲਿਸ ਹੈ। ਤੇ ਪੁਲਿਸ ਵੀ ਤੇ ਤੇਰੇ ਘਰ ਤੋਂ 20-25 ਕਿਲੋਮੀਟਰ ਦੂਰ ਬੈਠੀ ਹੈ ਨਾ ਥਾਣੇ ਦੇ ਵਿੱਚ। ਜਿੰਨੇ ਚਿਰ ਨੂੰ ਆਉਣਗੇ ਉਹਨੇ ਚਿਰ ਨੂੰ ਤੇਰੀ ਧੌਣ ਮਰੋੜ ਕੇ ਅਗਲਿਆਂ ਨੇ ਆਓ ਚਲੇ ਜਾਣਾ, ਮੁੜ ਕੇ ਕੇਸ ਲੜ ਕੇ ਕੀ ਕਰੇਂਗਾ। ਸ਼ਸਤਰ ਜਿਹੜਾ ਹੈ ਉਹ ਤੇਰੇ ਬਿਲਕੁਲ ਸਮੇਂ ਦੀ ਤੇਰੀ ਰੱਖਿਆ ਕਰਨ ਵਾਸਤੇ ਹੈ। ਤੇ ਆਪਾਂ ਕਿਸੇ ਨੂੰ ਡਰਾਉਣ ਵਾਸਤੇ, ਲੁੱਟਣ ਵਾਸਤੇ ਨਹੀਂ, ਆਪਣੀ ਰਾਖੀ ਵਾਸਤੇ ਪਾਉਣਾ ਹੈ। ਇਹ ਸਾਡੇ ਗੁਰੂ ਦਾ ਹੁਕਮ ਹੈ, ਕਿਸੇ ਬੰਦੇ ਦਾ ਨਹੀਂ। ਪਰ ਅਸੀਂ ਇਹਨਾਂ ਗੱਲਾਂ ਤੋਂ ਵਾਕਿਫ ਨਾ ਹੋਣ ਕਰਕੇ ਸਗੋਂ ਮਖੌਲ ਵਿੱਚ ਲੈ ਲੈਂਦੇ। ਲਓ ਜੀ, ਸਿੱਖ ਕੌਮ ਦੇ ਤੇ ਹੋਰ ਵੀ ਬੜੇ ਮਸਲੇ ਨੇ, ਇਹਨਾਂ ਨੇ ਨਵਾਂ ਮਸਲਾ ਛੇੜ ਦਿੱਤਾ। ਜੇ ਨਵਾਂ ਛੇੜ ਦਿੱਤਾ, ਪਹਿਲਾਂ ਨਵੇਂ ਨੂੰ ਹੱਲ ਕਰ ਲਈਏ, ਫਿਰ ਦੂਜੇ ਵੀ ਕਰ ਲਵਾਂਗੇ। ਤੇ ਜੇ ਆਪਾਂ ਇਹੋ ਹੀ ਗੱਲ ਕਹਿੰਦੇ ਰਹੀਏ ਵੀ ਮਸਲੇ ਹੀ ਬੜੇ ਨੇ, ਤੇ ਫਿਰ ਤੇ ਕੋਈ ਵੀ ਨਹੀਂ ਹੱਲ ਹੋਣਾ। ਕਿਸੇ ਨਾ ਕਿਸੇ ਪਾਸੇ ਤੇ ਚੱਲਣਾ ਹੀ ਪੈਣਾ। ਹੌਲੀ ਹੌਲੀ ਮਸਲੇ ਸਾਰੇ ਹੱਲ ਹੋ ਜਾਂਦੇ, ਠੀਕ ਹੋ ਜਾਂਦੇ। ਰੋ ਵਿਚਾਰ ਇਹ ਮਹਾਰਾਜ ਜੀਆਂ ਨੇ ਸ਼ਸਤਰ ਬਖਸ਼ੇ ਉਸ ਵੇਲੇ, ਤੇ ਬਚਨ ਕਰਦੇ ਹਨ। ਕਰ ਪਗ ਪੰਕਜ ਬੰਦਨਾ ਆਇਓ ਨਿਜ ਡੇਰੇ। ਤੇ ਭਾਈ ਰਾਮ ਕੋਇਰ ਜੀ ਕਹਿੰਦੇ ਵੀ ਮੈਂ ਮਹਾਰਾਜ ਦੀ ਖੁਸ਼ੀ ਲੈ ਕੇ ਤੇ ਆਪਣੇ ਡੇਰੇ ਆ ਗਿਆ, ਕਿਉਂਕਿ ਮਹਾਰਾਜ ਨੇ ਅਗਲੇ ਦਿਨ ਇੱਕ ਕੌਤਕ ਹੋਰ ਵਰਤਾਉਣਾ ਹੈ। ਪਰ ਮਹਾਰਾਜ ਨੇ ਦੱਸਿਆ ਨਹੀਂ ਵੀ ਅਸੀਂ ਕੱਲ ਨੂੰ ਨਵਾਂ ਕੰਮ ਕੀ ਕਰਨਾ। ਇਹ ਸ਼ਸਤਰ ਬਖਸ਼ੇ ਤੇ ਭਾਈ ਰਾਮ ਕੋਇਰ ਜੀ ਲੈ ਕੇ ਆਪਣੇ ਡੇਰੇ ਆ ਗਿਆ। ਮਤਲਬ ਕਿ ਜਿੱਥੇ ਉਹ ਰਹਿੰਦੇ ਸਨ, ਉਹਨਾਂ ਦੀ ਰਿਹਾਇਸ਼ ਹੈ, ਜਿੱਥੇ ਉਹਨਾਂ ਦਾ ਤੰਬੂ ਲੱਗਾ ਜਾਂ ਕਮਰਾ ਮਿਲਿਆ ਹੋਵੇਗਾ। ਕਹਿਣ ਲੱਗੇ ਵੀ ਮੈਂ ਉੱਥੇ ਆ ਕੇ ਆਰਾਮ ਕਰਦਾ ਹਾਂ। ਸੁਪਤ ਬਿਤਾਈ ਜਾਵਨੀ ਪੁਨ ਉਠਾ ਸਵੇਰੇ। ਸਾਰੀ ਰਾਤ ਜਿਹੜੀ ਹੈ ਉਹ ਸੌਂ ਕੇ ਬਤੀਤ ਕੀਤੀ, ਆਰਾਮ ਕਰਕੇ ਰਾਤ ਪੈ ਗਈ, ਪ੍ਰਸ਼ਾਦਾ ਪਾਣੀ ਛਕਿਆ, ਤੇ ਮੈਂ ਆਪਣੇ ਜਿੱਥੇ ਟਿਕਾਣਾ ਉੱਥੇ ਆ ਕੇ ਸੌਂ ਗਿਆ। ਹੁਣ ਮੈਨੂੰ ਨਹੀਂ ਪਤਾ ਵੀ ਮਹਾਰਾਜ ਨੇ ਉਸ ਵੇਲੇ ਕੀ ਕਲਾ ਵਰਤਾਈ। ਮੈਂ ਤੇ ਸੌਂ ਗਿਆ, ਤੇ ਅਗਲਾ ਦਿਨ ਚੜ੍ਹਿਆ ਤੇ ਮੇਰੇ ਮਨ ਵਿੱਚ ਗੱਲ ਆਈ ਵੀ ਕੱਲ ਸਤਿਗੁਰਾਂ ਨੇ ਬੜੇ ਬਚਨ ਆਖੇ। ਅੱਜ ਮੈਂ ਆਪਣੇ ਡੇਰੇ ਵਿੱਚ ਬੈਠਾ, ਮੈਂ ਸਤਿਗੁਰਾਂ ਦੇ ਕੋਲ ਗਿਆ ਨਹੀਂ, ਮੈਨੂੰ ਮਹਾਰਾਜ ਦੇ ਕੋਲ ਜਾਣਾ ਚਾਹੀਦਾ। ਕਹਿਣ ਲੱਗੇ ਅਗਲਾ ਦਿਨ ਚੜ੍ਹਿਆ ਤੇ ਮੈਂ ਉੱਠਿਆ, ਇਸ਼ਨਾਨ ਪਾਣ ਕੀਤਾ, ਤਿਆਰ ਹੋਇਆ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਦਰਸ਼ਨ ਕਰਨ ਵਾਸਤੇ। ਪਰ ਆਪਾਂ ਇਹ ਬਚਨ ਕੱਲ ਨੂੰ ਸਰਵਣ ਕਰਾਂਗੇ। ਜਦੋਂ ਭਾਈ ਰਾਮ ਕੋਇਰ ਜੀ ਦਰਸ਼ਨ ਕਰਨ ਵਾਸਤੇ ਗਏ ਤੇ ਮਹਾਰਾਜ ਅੱਗੋਂ ਮਿਲੇ ਹੀ ਨਹੀਂ। ਸਤਿਗੁਰੂ ਅਨੰਦਪੁਰ ਸਾਹਿਬ ਨੂੰ ਛੱਡ ਕੇ ਪਾਸੇ ਚਲੇ ਗਏ। ਮਹਾਰਾਜ ਕਿੱਥੇ ਗਏ ਔਰ ਉੱਥੇ ਜਾ ਕੇ ਮਹਾਰਾਜ ਨੇ ਕੀ ਫਿਰ ਕੌਤਕ ਵਰਤਾਇਆ ਨਵਾਂ ਆਉਣ ਵਾਲੇ ਸਮੇਂ ਦਾ, ਕੀ ਮਹਾਰਾਜ ਨੇ ਉੱਥੇ ਕੌਤਕ ਕੀਤਾ, ਕਿਹੜੇ ਫਿਰ ਬਚਨ ਕੀਤੇ, ਉਹ ਆਪਾਂ ਕੱਲ ਦੇ ਦੀਵਾਨ ਵਿੱਚ ਸਰਵਣ ਕਰਾਂਗੇ। ਸਮੇਂ ਦੀ ਸਮਾਪਤੀ, ਭੁੱਲਾਂ ਦੀ ਮੁਆਫੀ। ਲੇਖਾ ਕਤਹਿ ਨ ਛੂਟੀਐ, ਬਖਸ਼ਨਹਾਰ ਬਖਸ਼ ਲੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।